ਤਿੰਨ ਇਹ ਆ, ਇਸ਼ਨਾਨ ਕਰਨਾ, ਨਾਮ ਜਪਣਾ ਤੇ ਲੋੜਕਾਰਾਂ ਨੂੰ ਜਿਹੜਾ ਵੀ ਦਾਨ ਦੇ ਸਕਦਾ ਦੇਣਾ। ਅੰਨ ਦਾ ਦਾਨ ਵੀ ਹੈ, ਵਸਤਰ ਦਾ ਵੀ ਹੈ, ਮਾਇਆ ਦਾ ਵੀ ਹੈ, ਵਿਦਿਆ ਦਾ ਵੀ ਹੈ, ਬ੍ਰਹਮ ਗਿਆਨ ਦਾ ਵੀ ਹੈ। ਗੁਰਸਿੱਖੀ ਦਾ ਦਾਨ ਸਾਰਿਆਂ ਨੂੰ ਵੱਡਾ। ਇਹ ਸਾਰਾ ਸਿਹਰਾ ਜੋ ਆ ਇਹ ਧੰਨ ਧੰਨ ਬੇਬੇ ਨਾਨਕੀ ਜੀ ਨੂੰ ਜਾ ਰਿਹਾ, ਕਿਉਂਕਿ ਉਹਨਾਂ ਦੀ ਕਿਰਪਾ ਦੇ ਨਾਲ, ਉਹਨਾਂ ਦੇ ਪਿਆਰ ਦੇ ਵਸ਼ੀਭੂਤ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਦੇਖੋ ਕਿੱਥੇ ਬਾਹਰ ਦਾ ਇਲਾਕਾ, ਰਾਵੀ ਤੋਂ ਪਾਰ ਸ਼ੇਖੂਪੁਰ ਜ਼ਿਲ੍ਹਾ, ਇੱਧਰ ਦੁਆਬੇ ਵਿੱਚ ਆਏ। ਇਹ ਸਾਰੀ ਵਡਿਆਈ, ਸਾਰੀ ਬਰਕਤ ਧੰਨ ਧੰਨ ਬੇਬੇ ਨਾਨਕੀ ਜੀ ਦੇ ਪਿਆਰ ਨੂੰ ਜਾਂਦੀ ਹੈ। ਔਰ ਪਿਆਰ ਇੱਕ ਤਾਂ ਇਹ ਹੈ ਕਿ ਦਰਸ਼ਨ ਹੋ ਗਏ, ਪਰ ਬੇਬੇ ਜੀ ਦੇ ਕੋਲ ਉਹ ਤਕਰੀਬਨ 16 ਸਾਲ ਦੇ ਅੰਤਰਗਤ ਰਹੇ। ਇਹ ਧਰਤੀ ਕਿਹੜੀ ਭਾਗਾਂ ਵਾਲੀ ਹੈ, ਜਿੱਥੇ ਆਪ ਨਿਰੰਕਾਰ ਸਰਵਣ ਸਰੂਪ ਧਾਰ ਕੇ ਇਸ ਧਰਤੀ ਦੇ ਬਿਰਾਜੇ। ਵੈਸੇ ਤਾਂ ਜਿਹੜਾ ਪਰਮੇਸ਼ਰ ਆ ਉਹ ਵਿਆਪਕ ਆ, ਨਿਰਗੁਣ ਰੂਪ ਕਰਕੇ ਹਰ ਜਗ੍ਹਾ ਹੀ, ਹਰ ਜਰੇ 'ਚ, ਪਰ ਸਰਵਣ ਸਰੂਪ ਧਾਰ ਕੇ ਇਸ ਧਰਤੀ ਦੇ ਦਰਸ਼ਨ ਦੇਣੇ, ਕੌਤਕ ਕਰਨੇ ਕਿੰਨੀ ਬੜੀ ਬਖਸ਼ਿਸ਼ ਹੈ। ਔਰ ਇਸੇ ਧਰਤੀ ਤੇ ਮੋਦੀ ਖਾਨਾ ਧਰਮ ਦੀ ਕਿਰਤ ਕਰਨੀ, ਇਹ ਸਿਖਾਈ। ਸੱਚ ਦਾ ਸਿਮਰਨ ਕਰਦੀ ਜਾਂਚ ਦੱਸੀ, ਔਰ ਹਰੇਕ ਦੀਆਂ ਹਰ ਤਰ੍ਹਾਂ ਝੋਲੀਆਂ ਭਰੀਆਂ। ਸੱਚਖੰਡ ਜਾਣਾ, ਇਹ ਮੂਲ ਮੰਤਰ ਦੀ ਦਾਤ ਲਿਆਉਣੀ, ਇਹ ਬਖਸ਼ਿਸ਼ ਕਰਨੀ। ਇਹ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਇੱਥੋਂ ਕੀਤਾ, ਇਸ ਧਰਤੀ ਤੋਂ। ਇਸ ਧਰਤੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਕੀਤੀ। ਔਰ ਇਸ ਧਰਤੀ ਤੇ ਉਹਨਾਂ ਨੇ ਸੰਤਾਂ ਦਾ ਬਾਣਾ ਧਾਰਿਆ, ਸਾਧ ਰੂਪ ਆਪਣਾ ਤਨ ਧਾਰਿਆ, ਕਖਾਏ ਵਸਤਰ ਪਹਿਨ ਕੇ। ਔਰ ਸਾਰੇ ਸੰਸਾਰ ਦਾ ਭਲਾ ਕਰਨ ਲਈ 4 ਅਦਾਸੀਆਂ ਜੜੀਆਂ, ਔਰ ਪਹਿਲੀ ਅਦਾਸੀ ਇਸ ਧਰਤੀ ਤੋਂ ਆਰੰਭ ਕੀਤੀ। ਹੁਣ ਸਾਰਾ ਬਚਨ ਕਰੀਏ ਤੇ ਬੜਾ ਲੰਬਾ, ਤੇ ਧੰਨ ਗੁਰੂ ਨਾਨਕ ਸਾਹਿਬ ਦੀ ਜਿਹੜੀ ਫੁਲਵਾੜੀ ਹੈ, ਇਹ ਸਾਰੇ ਸੰਸਾਰ 'ਚ ਖਿੜੀ ਹੋਈ ਹੈ। ਇੱਕ ਤਾਂ ਫੁਲਵਾੜੀ ਹੁੰਦੀ ਹੈ ਨਾ, ਇਹਨੂੰ ਕੋਠੀ 'ਚ ਲਾ ਲਈ, ਘਰ ਲਾ ਲਈ, ਜਾਂ ਬੜਿਆਂ ਮਕਾਨਾਂ 'ਚ ਲਾ ਲਈਆਂ। ਇਹ ਮਹਾਰਾਜ ਦੀ ਫੁਲਵਾੜੀ ਵਿਸ਼ਵ ਵਿਆਪੀ ਹੈ। ਉਹ ਫੁੱਲ ਕਦੀ ਸੁੱਕ ਗਏ, ਕਦੀ ਹਰੇ ਹੋ ਗਏ, ਇਸ ਫੁਲਵਾੜੀ ਦੇ ਫੁੱਲ ਸਦਾ ਹੀ ਖਿੜੇ ਰਹਿੰਦੇ ਆ, ਔਰ ਸਦਾ ਹੀ ਬਾਸ਼ਨਾ ਦਿੰਦੇ ਆ। ਵਾਹਿਗੁਰੂ। ਬਾਕੀ ਫੁੱਲਾਂ ਦੀ ਬਾਸ਼ਨਾ ਹਵਾ ਦੇ ਨਾਲ ਆ, ਜਿੱਧਰ ਨੂੰ ਹਵਾ ਜਾਂਦੀ ਉਹ ਬਾਸ਼ਨਾ ਉਧਰ ਨੂੰ ਜਾਂਦੀ ਹੈ। ਪਰ ਇਹ ਜਿਹੜੀ ਮਹਾਰਾਜ ਦੀ ਫੁਲਵਾੜੀ ਦੀ ਬਾਸ਼ਨਾ, ਇਹ ਹਵਾ ਦੇ ਉਲਟ ਵੀ ਚੱਲਦੀ ਹੈ, ਚਾਰ ਫੇਰੇ ਹੀ ਹੈ। ਕਿਉਂਕਿ ਮਹਾਰਾਜ ਵੀ ਵਿਆਪਕ ਆ, ਉਹਨਾਂ ਦਾ ਨਾਮ ਬਾਣੀ ਵੀ, ਉਹਨਾਂ ਦੀ ਨਾਮ ਬਾਣੀ ਭਗਤੀ ਦੀ ਸੁਗੰਧੀ ਵੀ ਚਾਰ ਸ਼੍ਰੀ ਵਿਆਪਕ ਆ। ਕਿਤੇ ਚੱਲ ਜਾਓ, ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਐਸ ਲੋਕ ਨੇ ਉੱਪਰਲੇ ਲੋਕਾਂ 'ਚ, ਵਾਹਿਗੁਰੂ, ਉੱਪਰਲੇ ਮੰਡਲਾਂ 'ਚ ਵੀ, ਕਿਉਂ ਮਹਾਰਾਜ ਵਿਆਪਕ ਸਰੂਪ ਆ। ਤੇ ਮਹਾਰਾਜ ਦੇ ਘਰ ਵਿੱਚ ਸੰਤ ਭਗਤ ਭਾਈ ਗੁਰਦਾਸ ਕਹਿੰਦੇ ਨਾ, ਜਗ ਤਾਰਨ ਆਏ। ਉਹਨਾਂ ਦਾ ਵੀ ਕੋਈ ਅੰਤ ਨਹੀਂ। ਮਹਾਰਾਜ ਵੀ ਵਿਆਪਕ ਆ, ਮਹਾਰਾਜ ਦੀ ਗੁਰਸਿੱਖੀ ਵੀ ਵਿਆਪਕ ਆ, ਉਹਨਾਂ ਦੀ ਬਾਣੀ ਵੀ ਵਿਆਪਕ ਆ। ਅੱਜ ਅਸੀਂ ਜਿੱਥੇ ਬੇਅੰਤ ਖਾਲਸਾ ਪੰਥ, ਭਾਵੇਂ ਦੁਨੀਆ ਦੀਆਂ ਕੌਮਾਂ ਨੂੰ ਗਿਣਤੀ ਘੱਟ ਆ, ਪਰ ਭਜਨ ਵਾਲਿਆਂ ਦਾ, ਕੋਈ ਸੂਰਬੀਰਾਂ ਦਾ, ਦਾਨੀਆਂ ਦਾ, ਤਿਆਗੀਆਂ ਦਾ, ਬਰਾਗੀਆਂ ਦਾ, ਇਸ ਕੌਮ ਵਿੱਚ ਜੇ ਆਪਾਂ ਸਾਰਿਆਂ ਦਾ ਕੈਲਕੂਲੇਸ਼ਨ ਕਰੀਏ ਨਾ, ਇਹ ਐਸੀ ਕੌਮ ਆ
ਇਹਦਾ ਇਤਿਹਾਸ, ਇਹਦੇ ਨਾਲ ਦੀ ਬਾਣੀ, ਰਹਿਤ ਮਰਜ਼ਾਦਾ, ਨਿਸ਼ਾਨ ਧਾਮ, ਕੋਈ ਵੀ ਬਰਕਤ ਗਿਣ ਲਓ, ਸਾਰੇ ਸੰਸਾਰ ਦੀਆਂ ਬਰਕਤਾਂ ਇੱਕ ਪਾਸੇ ਇਕੱਠੀਆਂ ਕਰ ਲਓ ਤੇ ਗੁਰੂ ਘਰ ਦੀ ਬਰਕਤ ਦੇ ਬਰਾਬਰ ਉਹ ਰਾਈ ਮਾਤਰ ਵੀ ਨਹੀਂ ਨਜ਼ਰ ਆਉਂਦੀ। ਵਾਹਿਗੁਰੂ। ਰਾਈ ਮਾਤਰ, ਜਿਵੇਂ ਹਿਮਾਲੇ ਪਹਾੜ ਦੇ ਮੁੜੇ ਇੱਕ ਰਾਈ ਦਾ ਛੋਟਾ ਜਿਹਾ ਬੀਜ ਹੋਵੇ, ਕਿਉਂਕਿ ਜੀਵੜ ਆਪ ਜੀਵੜ ਤੇਰੀ ਦਾਤ। ਦਾਤ। ਉਹ ਕਿੰਨੇ ਬੜੇ ਬੜੇ ਮਹਾਂਪੁਰਖ ਹੋਏ, ਪਹਿਲੇ ਗੁਰੂਆਂ ਨੇ ਵੀ ਪਰਖ ਕੀਤੀ ਤੇ 10ਵੇਂ ਪਾਤਸ਼ਾਹ ਨੇ ਫਿਰ ਅਨੋਖੀ ਪਰਖ ਕੀਤੀ। ਸੀਸ ਭੇਟ ਲੈ ਕੇ, ਸਰਜੀਤ ਕਰਕੇ ਫਿਰ ਅੰਮ੍ਰਿਤ ਦੀ ਦਾਤ ਜਿਹੜੀ ਸੀ ਬਖਸ਼ੀ। ਔਰ ਖਾਲਸਾ ਪੰਥ ਨੂੰ ਸਿੱਖ ਤੋਂ ਸ਼ੁਰੂ ਕਰਕੇ ਸਿੰਘ ਤੱਕ ਲਗਾਏ। ਸਫ਼ਰ ਸਿੱਖ ਤੋਂ ਸ਼ੁਰੂ ਹੋਇਆ ਤੇ ਸੰਪੂਰਨਤਾ ਸਿੰਘ ਤੇ ਜਾ ਕੇ ਕੀਤੀ। 239 ਸਾਲ ਇਸ ਕਾਰਜ ਲਈ ਉਹਨਾਂ ਨੇ ਲਾਏ ਆ। ਸਿੱਖ ਨੂੰ ਸਿੰਘ ਬਣਾਉਣ ਲਈ 239 ਸਾਲ ਮਿਹਨਤ ਕੀਤੀ। 10ਵਾਂ ਪਾਤਸ਼ਾਹ ਨੇ ਇਹ ਪੰਥ ਇਉਂ ਨਹੀਂ ਹੋ ਗਿਆ। ਵਾਹਿਗੁਰੂ। ਫਿਰ ਵੀ ਜਿਹੜੇ ਹੁਕਮ ਹੋਇਆ 10ਵੇਂ ਗੁਰੂ ਨੂੰ ਕਿ ਤੁਸੀਂ ਵੀ ਪੰਥ ਸਾਜੋ, ਕਹਿੰਦੇ ਜੀ ਬੜਿਆਂ ਨੇ ਚਲਾਏ। ਉਹ ਆਕਾਸ਼ ਦੇ ਟੁੱਟ ਮੇ ਤਾਰੇ ਨੂੰ ਪਤਾ ਹੀ ਨਹੀਂ ਕਿੱਥੇ ਗਏ। ਐਸੀਆਂ ਸੰਪਰਦਾਵਾਂ ਜੋ ਨਜ਼ਰੇ ਨਹੀਂ ਆਉਂਦੀਆਂ। ਕਿਸੇ ਵੇਲੇ ਬੋਲ ਵਾਲਾ ਬਹੁਤ ਸੀ, ਅੱਜ ਵੀ ਕਈਆਂ ਦਾ ਬੋਲ ਵਾਲਾ, ਕੁਝ ਸਮੇਂ ਬਾਅਦ ਕੁਝ ਵੀ ਨਹੀਂ ਹੋਣਾ। ਪਰ ਇਹ ਜਿਹੜਾ ਖਾਲਸਾ, ਇਹ ਮਹਾਰਾਜ ਨੇ ਆਪਣੀ ਫੁਰਨੇ 'ਚ ਨਹੀਂ ਕੀਤਾ, ਇਹ ਅਕਾਲ ਪੁਰਖ ਦੇ ਹੁਕਮ 'ਚ ਹੋਇਆ। ਪਰ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਉਹਦੀ ਮੌਜ ਵਿੱਚ। ਤੇ ਖਾਲਸਾ ਅਕਾਲ ਪੁਰਖ ਕੀ ਫੌਜ। ਇੱਕ ਤਾਂ ਦੁਨੀਆ ਦੇ ਰਾਜੇ ਵਜ਼ੀਰੜੀਆਂ ਨੇ ਫੌਜਾਂ, ਇਹ ਉਸ ਅਕਾਲ ਪੁਰਖ ਦੀ ਫੌਜ ਹੈ ਖਾਲਸਾ ਜਿਹੜਾ। ਇਸ ਫੌਜ ਦੇ ਅੰਦਰ ਸੰਤ ਵੀ ਹੈ, ਸਿਪਾਹੀ ਵੀ ਹੈ, ਕਿਉਂਕਿ ਸੰਤ ਤੇ ਸਿਪਾਹੀ ਦਾ ਮੇਲ ਕਰ ਦਿੱਤਾ। ਕਈਆਂ ਨੇ ਸੰਤ ਬਣਾਏ, ਜਿਹੜੇ ਦੁਸ਼ਮਣਾਂ ਦਾ ਹਮਲਾ ਹੋਇਆ ਕੋਈ ਮੁਰੇ ਨਹੀਂ, ਸਾਰਾ ਹਿੰਦੁਸਤਾਨ ਗੁਲਾਮੀ ਵਿੱਚ ਧੱਕਿਆ ਗਿਆ। ਤੇ ਮਹਾਰਾਜ ਨੇ ਰਾਜ ਰਿਸ਼ੀਆਂ ਦਾ ਐਸਾ ਧਰਮ ਪੈਦਾ ਕੀਤਾ, ਜਦੋਂ ਵੀ ਕੋਈ ਜ਼ੋਰ ਜ਼ੁਲਮ ਕਰਦਾ ਖਾਲਸਾ ਉੱਥੇ ਖਲੋ ਜਾਂਦਾ। ਗੱਜ ਕੇ ਬੋਲੋ ਵਾਹਿਗੁਰੂ। ਬਾਕੀ ਦਾ ਦਿਨ ਕੱਟੀ ਜਾਂਦੇ ਵੀ ਜਿਵੇਂ ਨਿਕਲਦੇ, ਖਾਲਸਾ ਨਹੀਂ ਉਹ ਦਿਨ ਕੱਟ ਸਕਦੇ। ਉਹ ਤਾਂ ਫਿਰ ਖੜ ਜਾਂਦਾ, ਕਿਉਂਕਿ ਹੁਕਮ ਹੋਇਆ ਨਾ, ਠਾੜ ਪਇਓ ਮੈਂ ਜ਼ੋਰ ਕਰ ਵਚਨ ਕਹਾ ਨਿਆਏ, ਪੰਥ ਚਲੇ ਤਬ ਜਗ ਤੁਮੇ ਜਬ ਤੁਮ ਕਰਹੁ ਸਹਾਇ। ਤੇ ਜਦੋਂ ਫਿਰ ਸਿੱਖੀ ਦੀ ਪਰਖ ਹੋਈ ਨਾ, ਭਾਈ ਪਾਰੋ ਸਾਹਿਬ ਡੱਲੇ ਵਾਲੇ, ਧੰਨ ਸ਼੍ਰੀ ਅਮਰਦਾਸ ਸਾਹਿਬ ਨੇ ਪਰਖ ਕੀਤੀ। 3 ਜਣੇ ਪ੍ਰੀਖਿਆ ਵਿੱਚ ਪੂਰੇ ਉਤਰੇ। ਇੱਕ ਤਾਂ ਡੱਲੇ ਤੋਂ ਭਾਈ ਪਾਰੋ ਸਾਹਿਬ, ਤੇ ਦੂਜੇ ਧੰਨ ਧੰਨ ਬੀਬੀ ਭਾਨੀ ਜੀ, ਤੀਜੇ ਭਾਈ ਜੇਠਾ ਉਹਨਾਂ ਦੇ ਪਤੀ ਦੇਵ। 3 ਪੂਰੇ ਇੱਕੋ ਜਿਹਾ ਨੰਬਰ ਲਾਏ ਨੇ। ਭਾਈ ਪਾਰੋ ਡੱਲੇ ਤੋਂ ਗੁਰੂ ਅੰਗਦ ਸਾਹਿਬ ਤੋਂ ਸਿੱਖੀ ਇਸ ਪਰਿਵਾਰ ਸ਼ੁਰੂ ਹੋ ਗਈ। ਕਹਿਣ ਲੱਗੇ ਭਾਈ ਪਾਰੋ ਜੀ, ਜਿਹੜੇ ਆਪਾਂ ਗੋਂਦਵਾਲ ਸਾਹਿਬ ਜਾਈਏ, ਬੋਲੀ ਸਾਹਿਬ ਦੇ ਮੋਹਰੇ ਮੰਜੀ ਸਾਹਿਬ ਬਣੀ ਆ, ਇੱਥੇ ਬੈਠ ਕੇ ਮਹਾਰਾਜ ਕਿਰਪਾ ਕਰਦੇ ਹੁੰਦੇ ਸੀ। ਕਹਿੰਦੇ ਇਹਦੇ ਤੇ ਬਹਿ ਜਾਓ, ਮਹਾਰਾਜ ਦਾ ਆਸਣ ਆਏ ਸੱਚੇ ਪਾਤਸ਼ਾਹ ਦਾ। ਆਮ ਹੁਣ ਪਤਾ ਨਹੀਂ, ਪਰ ਉਹ ਮਹਾਰਾਜ ਇਸ ਆਸਣ ਤੇ ਕਿਰਪਾ ਦੀਵਾਨ ਦਰਸ਼ਨ ਦਿੰਦੇ ਸੀ, ਪ੍ਰਵਚਨ ਦਿੰਦੇ ਸੀ, ਕਿਰਪਾ ਕਰਦੇ ਸੀ। ਇਹ ਆਸਣ ਆਪ ਜੀ ਨੂੰ ਸ਼ੋਭਾ ਪਾਉਂਦੇ ਆ। ਆਪ ਚਾਹੁੰਦੇ ਨਾ ਮੈਨੂੰ ਗੁਰਤਾਗਦੀ ਤੇ ਤਿਲਕ, ਪਰ ਮੈਂ ਗੁਰੂ ਨਾਲੋਂ ਸਿੱਖ ਬਣਨਾ ਵਧੇਰੇ ਪਸੰਦ ਕਰਦਾ। ਗੱਜ ਕੇ ਬੋਲੋ ਵਾਹਿਗੁਰੂ। ਮਹਾਰਾਜ ਕਹਿੰਦੇ ਤੂੰ ਤਾਂ ਸਾਡਾ ਪਰਮਹੰਸ ਆ। ਪਰਮਹੰਸ ਇਹ ਨਹੀਂ ਤੇ ਹਜਾਮਤ ਕਰ ਲਈ, ਪਰਮਹੰਸ ਆ ਜਿਸ ਨੇ ਪਰਮ ਮਹਾਨ ਹੰਸ ਵਾਂਗੂ ਸਤ ਸਾਦਾ ਨਿਰਣਾ ਕਰਕੇ ਆਤਮਾ ਗਿਆਨ ਪ੍ਰਾਪਤ ਕਰਕੇ ਪ੍ਰਭੂ ਚ ਅਭੇਦ ਅਵਸਥਾ ਪ੍ਰਾਪਤ ਕਰ ਲਈ, ਉਹਦਾ ਨਾਮ ਪਰਮਹੰਸ। ਤੇ ਗੁਰੂ ਘਰ ਫਿਰ ਬੀਬੀ ਦਾ ਨੰਬਰ ਆ ਗਿਆ। ਤੇ ਦੇਖੋ ਬੀਬੀ ਦੀ ਬੁੱਧੀ ਕਿੰਨੀ ਤੀਖਣ ਆ। ਕਹਿਣ ਲੱਗੀ ਗੱਦੀ ਘਰ ਦੇ ਘਰ ਚ ਰਹਿ ਜਾ, ਫਿਰ ਮੇਰੇ ਪਤੀ ਦੇਵ ਨੂੰ ਗੱਦੀ ਦੇ ਦਿਓ। ਅੱਜ ਯੋਗ ਹੁੰਦਾ ਤੇ ਸ਼ਾਇਦ ਹੋਰ ਤਰ੍ਹਾਂ ਦੀ ਗੱਲ ਹੁੰਦੀ, ਪਰ ਧੰਨ ਬੀਬੀ ਭਾਨੀ। ਫਿਰ ਭਾਈ ਜੇਠਾ ਜੀ ਨੂੰ ਬਾਬਾ ਬੁੱਢਾ ਸਾਹਿਬ ਤੋਂ
ਗੁਰਤਾ ਕੀਤੇ ਆਪ ਪ੍ਰਕਰਮਾ ਕਰਕੇ ਸਾਰੇ ਸਿੱਖਾਂ ਨੂੰ ਪੁੱਤਰਾਂ ਨੂੰ ਵੀ ਹੁਕਮ ਹੈ ਮੱਥੇ ਟੇਕੋ। ਬਾਬਾ ਮੋਹਨ ਕਹਿੰਦੇ ਮਹਾਰਾਜ ਤੁਹਾਡੇ ਸਾਹਿਬਜ਼ਾਦੇ, ਇਹ ਤਾਂ ਕੱਲ ਸਾਡੇ ਘਰ ਦੇ ਸੇਵਾਦਾਰ ਸੀ। ਮਹਾਰਾਜ ਬਚਨ ਦਾ ਵੀ ਕਰੜਾ ਹੀ ਹੋਇਆ ਤੇ ਮੋਹਰੀ ਨੂੰ ਉਹਨੇ ਫਿਰ ਨਮਸਕਾਰ ਕੀਤੀ। ਉਹਨਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਆਇਆ, ਮੋਹਰੀ ਪੁੱਤ ਸਨਮੁਖ ਹੋਆ ਰਾਮਦਾਸੈ ਪੈਰੀ ਪਾਏ ਜੀਓ। ਕਹਿੰਦੇ ਤੇਰੀ ਬਾਂਸ ਉਹਦੇ ਭੁੱਲੇਗੀ, ਅੱਜ ਭੱਲੇ ਸਾਰੀ ਉਹਦੀ ਬਾਂਸ ਹੈ, ਬਾਬਾ ਮੋਹਰੀ ਜੀ ਦੀ। ਬਾਬਾ ਮੋਹਰੀ ਦੀ ਬਾਂਸ ਚੱਲਦੀ ਹੈ, ਮੋਹਰੀ ਬਣਾ ਦਿੱਤਾ। ਉਹਦੇ ਆ ਪੁੱਤ ਪੋਤਿਆਂ ਦੀ ਆਨੰਦ ਬਾਣੀ ਆ ਵਿੱਚ ਮੋਹਰੀ ਦੇ, ਸੰਸਰਾਮ ਦੇ ਆਨੰਦ ਜਿਹੜੇ ਆ। ਸੋ ਇਸ ਕਰਕੇ ਭਾਈ ਪਾਰੋ ਸਾਹਿਬ, ਪਰ ਜਿਹੜਾ ਉਹ ਮਹਾਰਾਜ ਦਾ ਸੰਕਲਪ ਸੀ ਨਾ, ਉਹ ਵਿਅਰਥ ਜਾਣਾ ਨਾ ਸੀ। ਤੇ ਜਿਲੇ ਫਿਰ ਅਨੰਦਪੁਰ ਪਰ ਕੀਤੀ, ਭਾਈ ਪਾਰੋ ਦੀ ਅੰਸ਼ ਬੰਦ ਤੋਂ ਸੀ ਭਾਈ ਦਇਆ ਸਿੰਘ ਜੀ। ਇਹ ਡੱਲੇ ਦੇ ਸੀਗੇ, ਲਾਹੌਰ ਜਿਵੇਂ ਅੱਜ ਕੱਲ੍ਹ ਸੰਗਤ ਦੇਸ਼ ਪਰਦੇਸ ਚਲੇ ਜਾਂਦੀ ਹੈ, ਉਹਨਾਂ ਦਾ ਮੁੰਡੇ ਇਹ ਆ। ਤੇ ਜਿਲੇ ਪਰਖ ਹੋਈ ਤੇ ਭਾਈ ਦਇਆ ਸਿੰਘ ਆ ਗਏ, ਦੂਸਰੇ ਪਿਆਰੇ ਆ ਗਏ। ਉਹਨਾਂ ਨੂੰ ਮਹਾਰਾਜ ਨੇ ਜਥੇਦਾਰੀ ਦਾ ਰੂਪ ਦੇ ਦਿੱਤਾ। ਪੰਜਾਂ ਪਿਆਰਿਆਂ ਦੇ ਜਥੇਦਾਰ ਭਾਈ ਸਾਹਿਬ ਭਾਈ ਦਇਆ ਸਿੰਘ ਬਣ ਗਏ। ਹੁਣ ਜਿੱਥੇ ਵੀ ਸਿੱਖਾਂ ਦਾ ਕੋਈ ਕਾਰਜ ਹੋ, ਪੰਜਾਂ ਪਿਆਰਿਆਂ ਦੁਆਰਾ ਸ਼ੁਰੂਆਤ, ਪੰਜਾਂ ਪਿਆਰਿਆਂ ਦੁਆਰਾ ਸੰਪੂਰਨ। ਤੇ ਜਿਹੜੇ ਗਿਣਤੀ ਕਰਨੀ, ਪਹਿਲਾਂ ਭਾਈ ਦਇਆ ਸਿੰਘ ਦਾ ਹੀ ਨਾਮ ਆਉਣਾ। ਉਹ ਜਿਹੜਾ ਮਹਾਰਾਜ ਦਾ ਸੰਕਲਪ ਸੀ, ਉਹਨੇ ਇਸ ਢੰਗ ਨਾਲ ਪੰਜਾਂ ਦੀ ਕਲਾ ਵਰਤਾਤੀ। ਕਲਾ ਵਰਤਾਤੀ, ਜੋਤ ਇੱਕੋ ਹੀ ਆ। ਭਾਈ ਸਾਹਿਬ ਭਾਈ ਦਇਆ ਸਿੰਘ ਸਾਹਿਬ ਦੇ ਨਾਂ ਦੇ ਉੱਤੇ ਬੇਅੰਤ ਸੰਪਰਦਾਵਾਂ ਚੱਲ ਰਹੀਆਂ, ਜਿਨ੍ਹਾਂ ਦੇ ਵਿੱਚ ਪੋਤੀ ਮਰਦਾਨ ਦੀ ਸੰਪਰਦਾ ਕਹਿ ਲਓ, ਨਰੰਗਾਬਾਦ ਕਹਿ ਲਓ, ਇਹ ਬੜੀ ਮਸ਼ਹੂਰ ਹੈ। ਕਿਉਂਕਿ ਮਹਾਰਾਜ ਦਸਮ ਪਾਤਸ਼ਾਹ ਨੇ ਆਪ ਆਪਣੇ ਦਸਤਾਵਰ ਕਮਲਾਂ ਤੋਂ ਆਨੰਦਪੁਰ ਸਾਹਿਬ ਅੰਮ੍ਰਿਤ ਛਕਾਇਆ, ਗਾਹਾਂ ਪੰਜਾਂ ਪਿਆਰੇ ਨੂੰ ਅਧਿਕਾਰ ਦੇ ਦਿੱਤਾ। ਜਿੰਨੇ ਵੀ ਗੁਰਸਿੱਖਾਂ ਨੇ ਅੰਮ੍ਰਿਤ ਛਕਿਆ ਮਹਾਰਾਜ ਦੇ ਹਜ਼ੂਰ, ਉਹ ਭਾਈ ਦਇਆ ਸਿੰਘ ਦੇ ਹੱਥੋਂ ਹੀ ਹੋਈ ਕਰਿਆ। ਜੇ ਦੇਖਿਆ ਜਾਏ ਸਾਰੀਆਂ ਸੰਪਰਦਾ ਦਾ ਮੁੱਢ ਭਾਈ ਦਇਆ ਸਿੰਘ ਆ, ਕਿਉਂਕਿ ਮਹਾਰਾਜ ਨੇ ਉਹਨਾਂ ਨੂੰ ਅਧਿਕਾਰ ਜੋ ਪੰਜਾਂ ਨੂੰ ਦਿੱਤਾ। ਬਲਕਿ ਆਪ ਵੀ ਭਾਈ ਦਇਆ ਸਿੰਘ ਦੇ ਹਸਤਾਵਰ ਹਸਤ ਕੰਬਲਾਂ ਤੋਂ ਮਹਾਰਾਜ ਨੇ ਅੰਮ੍ਰਿਤ ਲਿਆ। ਯਾਦ ਤਾਂ ਪੰਜ ਪਿਆਰੇ ਕਰਦੇ ਆ, ਤੇ ਸੇਵਾ ਜਥੇਦਾਰ ਦੀ ਹੁੰਦੀ ਹੈ। ਜਥੇਦਾਰ ਦੀ ਦੇਖੋ ਕਿੰਨਾ ਮਾਣ ਦਿੱਤਾ ਦਇਆ ਸਿੰਘ। ਉਹ ਸੰਪਰਦਾ ਦੇ ਇਹ ਮਹਾਂਪੁਰਖ ਬਾਬਾ ਨਾਨਕ ਸਿੰਘ ਜੀ, ਭਾਈ ਦਇਆ ਸਿੰਘ ਤੋਂ ਬਾਬਾ ਸੋਭਾ ਸਿੰਘ ਸਾਹਿਬ, ਇਹ ਕੇਸਗੜ੍ਹ ਜ਼ਿਲ੍ਹੇ ਆਨੰਦਪੁਰ ਤੇ ਆ ਗਏ। ਇਹਨਾਂ ਨੂੰ ਸੇਵਾ ਦੇ ਕੇ ਗਏ। ਸੀਸਗੰਜ ਉਦਾਸੀ ਸਾਧੂ ਬਾਬਾ ਗੁਰਬਖਸ਼ ਜੀ, ਇੱਥੇ ਤੁਸੀਂ ਧੂਪ ਬੱਤੀ ਕਰਨੀ ਹੈ, ਝਾੜੂ ਬਹਾਰੂ ਸੇਵਾ ਕਰਨੀ। ਉਹ ਉੱਥੇ ਹੀ ਰਹੇ ਆਨੰਦਪੁਰੇ। ਉਹਨਾਂ ਤੋਂ ਫਿਰ ਲੈ ਲਓ ਜਿਹੜੇ 13 ਨਿਰਮਲੇ ਭੇਜੇ, ਉਹਨਾਂ 'ਚ ਵੀ ਬਾਬਾ ਸੋਭਾ ਸਿੰਘ ਭਾਈ ਦਇਆ ਸਿੰਘ ਤੋਂ ਬਾਅਦ ਪੌਂਟਾ ਸਾਹਿਬ ਭੇਜੇ ਸੀ। ਇਹ ਫਿਰ ਇੱਥੇ ਹੀ ਰਹੇ। ਇਹਨਾਂ ਤੋਂ ਬਾਬਾ ਸਾਹਿਬ ਸਿੰਘ ਬੇਦੀ ਨੇ ਅੰਮ੍ਰਿਤ ਛਕਿਆ, ਜਿਹਨੇ ਖਾਲਸਾ ਰਾਜ ਕਾਇਮ ਕੀਤਾ। ਤੇ ਮਹਾਰਾਜ ਰਣਜੀਤ ਸਿੰਘ ਨੇ ਪਟਾ ਭੇਟ ਕੀਤਾ, ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅੱਜ ਵੀ ਉੱਥੇ ਮੌਜੂਦ ਹੈ। ਉਹਨਾਂ ਸਾਹਿਬ ਸੁਨਹਿਰੀ ਜਿਹੜਾ ਮਹਾਰਾਜ ਨੇ ਭੇਟ ਕੀਤਾ। ਪਟੇ ਦੇ ਸ਼ਬਦ ਹੈ, ਬਾਲੀ ਦੋ ਜਹਾਨਾਂ ਬਾਬਾ ਸਾਹਿਬ ਸਿੰਘ ਬੇਦੀ, ਮਹਾਰਾਜ ਰਣਜੀਤ ਸਿੰਘ ਵੱਲੋਂ। ਬਾਬਾ ਸਾਹਿਬ ਸਿੰਘ ਬੇਦੀ ਦੇ ਵੀ 365 ਸਥਾਨ ਹੈ। ਉਹਨਾਂ ਤੋਂ ਬਾਅਦ ਫਿਰ ਬਾਬਾ ਭਾਗ ਸਿੰਘ ਪੁਰੀ ਵਾਲੇ ਰਾਵਲਪਿੰਡੀ, ਉਹਨਾਂ ਤੋਂ ਬਾਅਦ ਧੰਨ ਧੰਨ ਬਾਬਾ ਵੀਰ ਸਿੰਘ ਜੀ ਮਹਾਰਾਜ ਨਰੰਗਾਬਾਦ, ਜਿਹਨੇ ਖਾਲਸਾ ਰਾਜ ਬਚਾਉਣ ਲਈ 13,000 ਸਿੰਘਾਂ ਦੀ ਬਲੀ ਹੋਈ। ਉਹਨਾਂ ਤੋਂ ਬਾਬਾ ਖੁਦਾ ਸਿੰਘ ਜੀ ਮਹਾਰਾਜ, ਜਿਹਨੇ ਕਾਬਲ ਕੰਧਾਰ 'ਚ ਸਿੱਖੀ ਦਾ ਪ੍ਰਚਾਰ ਕੀਤਾ। ਉਹਨਾਂ ਤੋਂ ਬਾਅਦ ਸਿੱਖ ਰਾਜ ਨੂੰ ਬਚਾਉਣ ਲਈ ਧੰਨ ਧੰਨ ਬਾਬਾ ਮਹਾਰਾਜ ਸਿੰਘ ਨਰੰਗਾਬਾਦ, ਸਿੰਗਾਪੁਰ ਦੀਆਂ ਕਾਲ ਕੋਠੜੀਆਂ 'ਚ 5 ਸਾਲ ਆਪਣੇ ਸੇਵਕ ਖੜਕ ਸਿੰਘ ਦੇ ਨਾਲ ਉੱਥੇ ਸ਼ਹੀਦੀ ਪ੍ਰਾਪਤ ਕੀਤੀ। ਸਿੰਗਾਪੁਰ ਉਹਨਾਂ ਦਾ ਸਥਾਨ ਅੱਜ ਵੀ ਹੈ। ਚੀਨੇ ਕੀ, ਮੁਸਲਮਾਨ ਕੀ, ਹਿੰਦੂ ਕੀ, ਸਿੱਖ ਕੀ ਸੁਖਣਾ ਮੰਨਦੇ ਆ, ਇੰਨੀ ਮਾਨਤਾ ਹੈ। ਉਹਨਾਂ ਤੋਂ ਬਾਅਦ ਬਾਬਾ ਰਾਮ ਸਿੰਘ ਬਰਾਕਤ
ਅੰਗਰੇਜ਼ ਇਹਨਾਂ ਨੂੰ ਵੀ ਭਾਲਦੇ ਰਹੇ ਪਰ ਨਹੀਂ ਗ੍ਰਿਫਤਾਰ ਕਰ ਸਕੇ। ਉਹਨਾਂ ਤੋਂ ਬਾਅਦ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ। ਉਹਨਾਂ ਤੋਂ ਬਾਅਦ ਬਾਬਾ ਆਇਆ ਸਿੰਘ ਜੀ ਮਹਾਰਾਜ, ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ, ਮਸਤੂਆਣ ਵਾਲੇ, ਅਤਲੇ ਵਾਲੇ, ਘੁੰਡਸਾਂ ਵਾਲੇ, ਹਾਂਜੀ ਨਾਮ ਵੀ ਅਤਰ ਨੂੰ ਸੰਧੀ ਛੜਕ ਹੈ। ਤੇ ਬਾਬਾ ਕਰਮ ਸਿੰਘ ਤੇ ਗਾਹਾਂ ਵੀ ਬਹੁਤ ਸ਼ਾਖਾਂ ਨਿਕਲਦੀਆਂ। ਬਾਬਾ ਕਾਲਾ ਸਿੰਘ ਤੇ ਸਾਡੇ ਜਿਹੜੇ ਹਰਕਵਾਲ ਦੀ ਹੈ, ਬਾਬਾ ਆਇਆ ਸਿੰਘ ਤੋਂ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ। ਇੱਧਰ ਕਾਲਾ ਸਿੰਘ, ਕਾਲੇ ਸਿੰਘ ਤੇ ਭਦੌੜ ਵਾਲੇ ਮਹਾਂਪੁਰਖ ਬਾਬਾ ਭਾਨ ਸਿੰਘ, ਉਹਨਾਂ ਦੇ ਬਾਬਾ ਨਰੈਣ ਸਿੰਘ ਆਕਲੀਆਂ ਵਾਲੇ ਮਹਾਂਪੁਰਖ ਆਏ ਆਕਲੀਆਂ ਤੋਂ ਵੀ। ਉਹਨਾਂ ਤੋਂ ਅੱਜ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਫੌਜ ਵਿੱਚ ਵੀ ਰਹੇ। ਇੰਨੀ ਯਾਦ ਸ਼ਕਤ 103 ਸਾਲ ਦੇ ਹੋ ਕੇ ਗਏ ਆ। ਉਹਨਾਂ ਦਾ ਦਰਸ਼ਨ ਪੂਰੀ ਇੱਕ ਸਦੀ ਦਾ ਦਰਸ਼ਨ ਸੀ। ਸਮਝੋ 100 ਸਾਲ ਦੇ ਦਰਸ਼ਨ ਕਰ ਲੈ ਹੈ ਜੀ। ਇਹ ਦੇਖੋ ਫੌਜ ਚ ਵੀ ਰਹੇ, ਗ੍ਰਸਤੀ ਜੀਵਨ ਚ ਵੀ ਰਹੇ, ਫਕੀਰੀ ਵੀ ਕੀਤੀ ਤੇ ਸਵਾਸ ਉਹਨਾਂ ਦਾ ਸਿਮਰਨ ਚੱਲਦਾ ਸੀ। ਅੱਜ ਕਹਿ ਦਿੰਦੇ ਨਾ ਹੈ ਨਹੀਂ, ਪਰ ਇਹ ਗੁਰੂ ਨਾਨਕ ਸਾਹਿਬ ਦਾ ਪੰਥ ਆ, ਇੱਥੇ ਬੀਜ ਨਾਸ ਨਹੀਂ। ਐਨ ਬਿਰਲੇ ਨਾਹੀ ਕਣੇ ਐਨ ਪਕੜ ਸੰਸਾਰ, ਇਹ ਘਰ ਕਦੀ ਸੁਣਨਾ ਹੋਏ ਨਹੀਂ ਸਕਦਾ। ਤੇ ਉਹਨਾਂ ਮਹਾਂਪੁਰਖਾਂ ਨੇ ਪਿਛਲੇ ਦਿਨੀ, ਮੈਂ ਕਈ ਵਾਰੀ ਜਾਣਾ, ਪਿੱਛੇ ਗਏ ਬਾਬਾ ਜੀ ਨਾਲ ਹੈਗਾ ਬਾਬਾ ਹਜੂਰਾ ਸਿੰਘ ਜੀ, ਆਈ ਨਹੀਂ ਹਿੰਮਤ ਨਾਲ ਸਾਰੀ ਸੰਗਤ ਆਈ ਆ। ਉੱਥੇ ਵੀ ਬਹੁਤ ਵੱਡਾ ਇਕੱਠ ਹੋਇਆ, ਜਿੱਥੇ ਜਿੱਥੇ ਪਿਆਰ ਵਾਲੀਆਂ ਸੰਗਤਾਂ। ਫਿਰ ਮਨ ਚ ਸੀ ਵੀ ਮਹਾਰਾਜ ਨੇ ਉਹਨਾਂ ਨੂੰ ਨਾਮ ਬੜਾ ਵਧੀਆ ਦਿੱਤਾ ਵੀ ਗੁਰੂ ਨਾਨਕ ਦੇ ਚਰਨਾਂ ਚ ਉਹਨਾਂ ਦੀ ਹਾਜ਼ਰੀ ਲਵਾਈਏ। ਸੱਚੇ ਪਾਤਸ਼ਾਹ ਦੇ ਚਰਨਾਂ ਚ ਨਾ ਸੰਗਤ ਬਹਾਨੇ ਨਾਲ ਦਰਸ਼ਨ ਕਰ ਜਾਂਦੀ ਹੈ। ਸੰਗਤ ਤਾਂ ਵੈਸੇ ਗਾਇਬ ਹੋ ਗਏ, ਬਾਬਾ ਜੀ ਲਿਆਉਂਦੇ ਰਹਿੰਦੇ ਆ। ਸੰਥਿਆ ਦਾ ਬੜਾ ਪ੍ਰਭਾਵ ਬਠਿੰਡੇ ਚਲਾਉਂਦੇ, ਪਤਾ ਨਹੀਂ ਕਿੰਨੇ ਅਫਸਰ ਕੀ ਗ੍ਰਸਤੀ ਕੀ, ਹਾਂਜੀ ਸੰਥਿਆ ਕਿੰਨੇ ਚੱਲਦੀ ਰਹਿੰਦੀ 12 ਮਹੀਨੇ ਸਾਰੇ ਸੱਚੇ ਪਾਤਸ਼ਾਹ। ਸੋ ਉਹਨਾਂ ਮਹਾਂਪੁਰਖਾਂ ਪਿਛਲੇ ਦਿਨੀ, ਹਾਂਜੀ ਜੇ ਕਈ ਸੱਚਖੰਡ ਚਲੇ ਗਏ, ਕਈ ਕਹਿੰਦੇ ਨਾ ਮਹਾਂਪੁਰਖ ਤਾਂ ਸਾਰੇ ਸੱਚਖੰਡ ਵੀ ਹੁੰਦੇ, ਕਹਿੰਦੇ ਸੱਚਖੰਡ ਵਾਸੀ ਹੋ ਗਏ। ਮਹਾਂਪੁਰਖ ਨਰਕ ਵਾਸੀ ਕਦੋਂ ਹੁੰਦੇ? ਉਹ ਤਾਂ ਸਦਾ ਹੀ ਸੱਚਖੰਡ ਰਹਿੰਦੇ ਆ। ਜਿੰਨੇ ਵੀ ਬ੍ਰਹਮ ਗਿਆਨੀ ਆ, ਇੱਕ ਦੀ ਗੱਲ ਨਹੀਂ, ਜਿੰਨੇ ਵੀ ਹੈਗੇ। ਸੋ ਇਸ ਵਾਸਤੇ ਤੇ ਮਹਾਂਪੁਰਖ ਜਿੰਨਾ ਜਿੰਨਾ ਉਹਨਾਂ ਦੀ ਸੇਵਾ, ਜਾਂ ਉਹ ਦੇਖ ਲਓ ਵੀ ਕਹਿੰਦੇ ਨਾ ਸਗੰਧੀ ਵਾਲਾ ਫੁੱਲ ਕਿਤੇ ਖਿੜ ਜਾਣ, ਭੌਰੇ ਉੱਥੇ ਆ ਜਾਂਦੇ, ਘਰੇ ਹੀ ਸਗੇ। ਤੇ ਬਾਬਾ ਜੀ ਦਾ ਇਹਨਾਂ ਦਾ ਨਿਯਮ ਸੀ, ਬਾਬਾ ਹਜੂਰਾ ਸਿੰਘ ਦਾ, ਵੀ ਇਹਨਾਂ ਨੇ ਇੱਕ ਦਿਨ ਉੱਥੇ ਜਾਣਾ ਹੀ ਜਾਣਾ। ਇੰਨੀ ਇਹਨਾਂ ਦੀ ਰੁਟੀਨ ਰਹੀ ਹੈ, ਨਾਗਾ ਨਹੀਂ ਪਾਉਣਾ। ਹੋਰ ਵੀ ਬੇਅੰਤ ਸੰਗਤ ਹੈਗੀ ਹੈ। ਸੋ ਉਹਨਾਂ ਮਹਾਂਪੁਰਖਾਂ ਨੇ ਸੋ ਸਾਰੀ ਜ਼ਿੰਦਗੀ ਨਾਮ ਬਾਣੀ ਦੀ ਕਮਾਈ ਕੀਤੀ। ਤੇ ਪਿਛਲੇ ਦਿਨਾਂ 'ਚ ਬਾਬਾ ਜੀ ਲੈ ਗਏ, ਆਖਰੀਆਂ ਵੀ ਗਏ ਬਾਬਾ ਨਰੈਣ, ਉਹਨਾਂ ਨੇ ਬੜੀ ਕਮਾਈ ਕੀਤੀ, ਬਹੁਤ ਕਮਾਈ ਕੀਤੀ ਸ਼ਬਦ ਦੀ। ਤੇ ਇੱਥੇ ਚਲੇ ਗਏ ਤੇ ਬਾਬਾ ਜੀ ਬੜੇ ਖੁਸ਼, ਬਹੁਤ ਬਚਨ ਉਹਨਾਂ ਨੇ ਪਿਆਰ ਸਤਿਕਾਰ ਦੇ ਕੀਤੇ। ਉਹ ਕਈ ਵਾਰੀ ਮੈਂ ਬਾਬਾ ਜੀ ਕੋਲ ਥੋੜਾ ਘਿਓ ਭੇਜਣਾ, ਕਹਿੰਦੇ ਹੁਣ ਵੀ ਭੇਜਿਆ ਤਾਂ ਖਾਣਾ ਹੀ ਪਊਗਾ। ਤੇ ਸਰੋਪਾ ਬੜਾ ਰੱਖਣਾ ਉਹਨੇ ਸੀਸ ਤੇ, ਬੜੇ ਖੁਸ਼ ਹੋਣਾ, ਮਤਲਬ ਹਰ ਵੇਲੇ ਖੁਸ਼ ਦਿਲ, ਮੱਥੇ ਵੱਟ ਵਾਲੀ ਗੱਲ ਹੀ ਨਹੀਂ, ਆਨੰਦ ਸਰੂਪ ਦੇ ਵਿੱਚ। ਸੋ ਇਸ ਕਰਕੇ ਜਿਹੜੇ ਐਸੇ ਗੁਰਸਿੱਖ ਹੈਗੇ ਆ, ਮਹਾਂਪੁਰਖ ਹੈਗੇ ਆ, ਉਹਨਾਂ ਨੇ ਬਰਕਤਾਂ ਲੈ ਕੇ ਵੀ ਆਪਣੇ ਆਪ ਨੂੰ ਗੁਰੂ ਨਹੀਂ ਕਹਾਇਆ। ਸੇਵਕ ਹੋਵੇ ਸੇਵਕ ਵਰਤਾ, ਕਰ ਕਰ ਬਿਨੋ ਬੁਲਾਏ। ਦਾਸ ਦਾਸਾ ਭਾਵ ਜ਼ਾਹਰ ਨਹੀਂ ਕੀਤਾ, ਐਂ ਮੁੱਠ ਮੀਟ ਕੇ ਰੱਖੀ। ਤੇ ਜਦੋਂ ਫਿਰ ਜਾਂਦੇ ਆ ਫਿਰ ਪਤਾ ਲੱਗਦਾ ਲੈ ਵੀ ਕਈ ਤੇ ਕਹਿੰਦੇ ਆਪਾਂ ਨੂੰ ਪਤਾ ਹੀ ਨਾ। ਸੋ ਇਸ ਵਾਸਤੇ ਬੜੀ ਕਮਾਈ ਨਾਮ ਦੀ, ਸ਼ਬਦ ਦੀ ਕੀਤੀ। ਤੇ ਮਹਾਰਾਜ ਪਾਤਸ਼ਾਹ ਕਿਰਪਾ ਕਰਦੇ ਆ ਤੇ ਜਨਮ ਮਰਨ ਦੋਹੂ ਬਹਿਨਾ। ਜਿਹੜੇ ਮਹਾਂਪੁਰਖ ਹੈ, ਨਾ ਉਹ ਜਨਮ ਚ ਨਾ ਮਰਨ। ਆਉਂਦੇ ਕਿਉਂ? ਜਨ ਪਰਉਪਕਾਰੀ
ਪਰਉਪਕਾਰ ਦੀ ਡਿਊਟੀ ਲੱਗਦੀ ਉਤੋਂ ਡਿਊਟੀ। ਕਿਉਂਕਿ ਇੱਕ ਤਾਂ ਹੈ ਨਾ ਵੀ ਚਿੱਕੜ 'ਚ ਫਸਿਆ ਹੀ ਨਹੀਂ, ਇਹ ਕਹੇਗਾ ਵੀ ਗ੍ਰਸਤ ਵਿੱਚ ਵੜ ਕੇ ਫੇਰ ਨਿਰਲੇਪ ਰਹਿਣਾ, ਇਹ ਹੋਰ ਵੀ ਬਹੁਤ ਔਖਾ ਆ। ਸੰਤ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਪਿੰਡਰਾਣਾ ਗਿਆਨੀ ਗੁਰਬਚਨ ਨੂੰ ਕਿਹਾ ਸੀ, ਕਹਿੰਦੇ ਮੇਰਾ ਇੱਕ ਪੱਖ ਇਹਨਾਂ ਦੇ ਦੋਨੋਂ ਹੀ ਪੱਖ ਆ। ਵੀ ਗ੍ਰਸਤ ਜਿਹੜਾ ਕਿ ਨਿਰਲੇਪ ਵੀ ਰਹੇ ਤੇ ਫਕੀਰੀ ਵੀ ਪੂਰੀ ਕੀਤੀ। ਸ਼੍ਰੀਮਾਨ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਜੀ ਨੇ ਬਚਨ ਕੀਤੇ, ਕਹਿੰਦੇ ਏਦਾਂ ਇੱਕ ਪੱਖ ਚ ਰਹੇ ਨਾ ਵੀ ਇਹ ਦੋਹਾਂ ਪੱਖਾਂ 'ਚ ਕੰਮ ਜਾਵੇ, ਇਹ ਬਹੁਤ ਔਖਾ। ਕਿਉਂਕਿ ਇੱਕ ਐਸੀ ਦਲਦਲ ਆ ਨਾ, ਇਹਦੇ ਚੋਂ ਨਿਕਲਣਾ ਔਖਾ ਬਹੁਤ ਆ। ਤੁਸੀਂ ਸਾਰੇ ਗ੍ਰਸਤੀ ਆ, ਆਪੋ ਆਪਣੇ ਮਨਾਂ ਨਾਲ ਝਾਕ ਮਾਰ ਲਓ, ਫਿਰ ਕੋਈ ਨਾ ਕੋਈ ਝੰਜਟ ਬਣਿਆ ਹੀ ਰਹਿੰਦਾ। ਕਿਉਂਕਿ ਗ੍ਰਹਿ ਨਾਮੇ ਗ੍ਰਸੇ ਹੋਏਗਾ, ਪਰ ਜਿਹੜਾ ਵਿੱਚ ਰਹਿ ਕੇ ਨਿਰਲੇਪ ਰਹਿ ਜਾਏ, ਜੈਸੇ ਜਲ ਮੈਂ ਕਮਲ ਨਰਾਲਮ ਮੁਰਗਾਈ ਨੇ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਆ ਨਾਨਕ ਨਾਮ ਬਖਾਣੇ। ਜਿਹਦੀ ਸੁਰਤ ਸ਼ਬਦ ਨਾਲ ਜੁੜ ਗਈ ਨਾ, ਉਹ ਫਿਰ ਜਿਵੇਂ ਮੁਰਗਾਬੀ ਪਾਣੀ 'ਚ ਰਹਿੰਦੀ, ਸੁੱਕੇ ਖੰਭੀ ਉੜ ਜਾਂਦੀ ਹੈ, ਉਹ ਨਿਰਲੇਪ ਰਹਿੰਦੇ ਜਿਹੜੇ ਮਹਾਂਪੁਰਖ। ਜਨ ਪਰਉਪਕਾਰੀ ਆਏ, ਇੱਕ ਤਾਂ ਇਹ ਹੋ ਗਿਆ। ਦੂਸਰਾ ਅੱਗੇ ਜੀ ਦਾਨ ਦੇ ਜੀਵਨ ਨੂੰ ਦਾਨ ਕਾਹਦਾ ਦਿੰਦੇ ਆ? ਭਗਤੀ ਦਾ, ਨਾਮ ਜਪਣ ਲਾਉਂਦੇ। ਜਿਹੜੇ ਫਿਰ ਲੱਗਿਆ ਬਚਨ ਮੰਨ ਕੇ, ਤੇ ਜਿਹੜੇ ਪਰਮਾਤਮਾ ਨੂੰ ਜੀਵ ਵਿਛੜਿਆ ਨਾ, ਹਰਿ ਸਿਉ ਲੈਣ ਮਿਲਾਏ, ਹਰੀ ਨਿਰੰਕਾਰ ਨਾਲ ਮਿਲਾ ਦਿੰਦੇ। ਹੁਣ ਜਿਹੜਾ ਆਪ ਮਿਲਿਆ ਉਹੀ ਮਿਲਾਓ। ਸੋ ਇਸ ਕਰਕੇ ਉਹਨਾਂ ਮਹਾਂਪੁਰਖਾਂ ਦੇ ਬਾਰੇ ਕਿੰਨਾ ਕੁ ਕਹੀਏ, ਬਹੁਤ ਸੁੰਦਰ ਜੀਵਨ ਗੁਜ਼ਾਰ ਕੇ ਗਏ। ਨਰਲੇ ਚਿੱਟੀ ਚਾਦਰ। ਸੋ ਮਨ ਵਿੱਚ ਬਾਬਾ ਜੀ ਨੇ ਉੱਥੇ ਵੀ ਸੰਗਤ ਨੇ ਬੁਲਾਇਆ ਸੀ, ਪਰ ਧੁੰਦ ਦੇ ਦਿਨ ਸੀ, ਨਹੀਂ ਹਾਜ਼ਰੀ ਦੇ ਸਕੇ, ਮਾਫੀ ਮੰਗਦੇ ਆ। ਤੇ ਬਾਕੀ ਫਿਰ ਮਨ ਸੀ ਕਿ ਉਹਨਾਂ ਦੇ ਨਿਵੇਦ ਆਪਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜ਼ਰੂਰ ਪਾਠ ਕਰਾਈਏ, ਤੇ ਨਾਲੇ ਸੰਗਤਾਂ ਬਹਾਨਾ ਇਹਨਾਂ ਧੰਨ ਗੁਰੂ ਨਾਨਕ ਸਾਹਿਬ ਚਰਨਾਂ 'ਚ ਮੱਥਾ ਟੇਕ ਜਾਣਗੀਆਂ। ਵਾਹਿਗੁਰੂ। ਕਿਉਂਕਿ ਬਹਾਨੇ ਨੇ ਆ ਜਾਂਦਾ ਨਾ, ਇੱਕ ਉਧਰ ਮੋਰਚੇ ਲੱਗੇ ਕਰਕੇ ਸੰਗਤ ਉਧਰ ਵੀ ਬੇਅੰਤ ਆ, ਤੇ ਇਸ ਕਰਕੇ ਫਿਰ ਬਹੁਤ ਹਿੰਮਤ ਆ ਕਿ ਇਹਨਾਂ ਦੇ ਨਾਲ ਆਪਣੇ ਘਰ ਵੀ ਸੰਭਾਲਣੇ, ਉਧਰ ਵੀ ਜਾਂਦੇ ਆ ਵਿਚਾਰੇ, ਕਈਆਂ ਤਾਂ ਰੋਜ਼ ਜਾਂਦੇ ਆ, ਤੇ ਇੱਧਰ ਵੀ ਦੇਖੋ ਸੰਗਤ ਕਿੰਨਾ ਹੁਮਾ ਕੇ ਆਈ ਹੈ। ਸੋ ਸ਼ਬਦ ਪੜੋ, ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਪਹਿਲੇ ਪਾਤਸ਼ਾਹ ਨੇ ਸ਼ਬਦ ਬਖਸ਼ਿਆ, ਉਹਨਾਂ ਦਾ ਸਥਾਨ ਆ। ਵਾਹਿਗੁਰੂ ਜੀ। ਸੂਹੀ ਮਹੱਲਾ ਪਹਿਲਾ। ਸੂਹੀ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਦੇ ਹਨ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਇਹ ਸਰੀਰ ਰੂਪੀ ਭਾਂਡਾ ਜਾਂ ਅੰਤਸ਼ਕਰਨ ਰੂਪੀ ਭਾਂਡਾ, ਜੇ ਤਾਂ ਇਹਨੂੰ ਦੇਖੀਏ ਪੰਜਾਂ ਤੱਤਾਂ ਦਾ ਪੁਤਲਾ ਆ, ਇਹ ਗੰਦ ਮੂਤ ਦਾ ਥੈਲਾ ਆ। ਨੱਕ ਵਿੱਚੋਂ ਸੀਂਡ ਆ, ਕੰਨਾਂ 'ਚ ਮੈਲ ਆ, ਅੱਖਾਂ 'ਚ ਗਿੱਧ ਆ, ਪਸੀਨਾ, हड्डियां का टांका, जल की पीत पवन का तंबा, रक्त बूंद का गारा, हाड मांस नाड़ी को पिंजर पंखी बताए बेचारा प्राणी, क्या मेरा क्या तेरा जैसे तरवर पंख बसे। उधर आते पंछी ने एक दिन तो उड़ना ही है, ये सरीर रूपी वृक्ष ने एक दिन छड़ जाना। सानू सवासां दी पूंजी दिती है, कुछ पड़ताल हुई सवास दिते ही गलत जगह वरते कि सही वरते। ये सवास मिले है नाम बाणी भजन वास्ते। कहते शरीर रूपी जिहड़ा भांडा उन्हां दा हच्छा सोए, उन्हां दा ठीक है, हाँ जी चंगा है, पवित्र है। भांडा आत्मलीन तोता हच्छा न होए सी। जो तिस भाव सी, ये अंतशकरण रूपी भांडा उन्हां दा चंगा जिहड़ा उहनूं भा जाए। भाएगा कौन? जिहड़ा नाम जपे। ते जे नाम नहीं जपदे ये फिर गंदियों भी गंदा। वो कह तो कवि जी खुली जी गल आ, कहते जिस रास्ते तो आया मूत उस रास्ते तो आया पूत। जे करे भजन तो बन गया पूत, नहीं तो रह गया मूत दा मूत। वाहिगुरू। गंद रह गया। भांडा आत्मलीन,
ਇਹ ਭਾਂਡਾ ਆਤਸ਼ਾ ਕਰਕੇ ਮਲੀਣਿਆ। ਨਵੇਂ ਦੁਆਰ ਸਰਵੇ ਅਪਵਿੱਤਰਾ, ਅਪਵਿੱਤਰ ਚੀਜ਼ਾਂ ਪੈਦਾ ਕਰਦੇ ਵਗਦੀਆਂ ਰਹਿੰਦੀਆਂ ਹਰ ਵੇਲੇ। ਭਾਂਡਾ ਅਤ ਮਲੀਨ, ਧੋਤਾ ਹੱਛਾ ਨਾ ਹੋਏ ਸੀ। ਜਿਵੇਂ ਕੱਚੀ ਗਾਰੇ ਦੀ ਕੰਧ ਹੈ, ਜਿੰਨੀ ਤੁਹਾਨੂੰ ਗਾਰਾ ਨਿਕਲੀ ਜਾਣਾ। ਇਹ ਸਰੀਰ ਨੂੰ ਜਿੰਨਾ ਮਰਜ਼ੀ ਕਰ ਲਓ ਹਾਂ, ਤੇ ਕੋਈ ਨਾ ਕੋਈ ਤਾਂ ਗੰਦ ਨਿਕਲਦਾ ਹੀ ਰਹਿੰਦਾ, ਇਹ ਬੰਦ ਹੁੰਦਾ ਹੀ ਨਹੀਂ। ਭਾਂਡਾ ਅਤ ਮਲੀਨ, ਧੋਤਾ ਹੱਛਾ ਨਾ ਹੋਏ ਸੀ। ਕਹਿੰਦੇ ਐਵੇਂ ਸਾਬਣਾ ਪਾਣੀਆਂ ਨਾਲ ਨਿਰਾ ਧੋਣਾ ਹੱਛਾ ਨਹੀਂ ਹੁੰਦਾ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਪਾਰੀ ਨੂੰ ਚੰਗਾ ਬਣਾਉਣ ਦੀ ਸੋਝੀ ਕਿੱਥੋਂ ਮਿਲਦੀ ਹੈ? ਗੁਰੂ ਦੇ ਦੁਆਰੇ ਆ ਕੇ। ਜਿਹੜੇ ਗੁਰੂ ਦੁਆਰੇ ਆਵਾਂਗੇ ਉਹ ਕਹਿਣਗੇ ਲੈ ਵੀ ਸੰਗਤ ਦੇ ਜੋੜੇ ਝਾੜੂ ਫੇਰੋ, ਪੋਚਾ ਲਾਓ, ਭਾਂਡੇ ਮਾਂਜੋ, ਲੰਗਰ ਦੀ ਸੇਵਾ ਕਰੋ, ਸੰਗਤ ਦੀ ਸੇਵਾ ਕਰੋ, ਮਹਾਂਪੁਰਖਾਂ ਦੀ ਸੇਵਾ ਕਰੋ, ਗੁਰੂ ਮਹਾਰਾਜ ਦੀ ਸੇਵਾ ਕਰੋ। ਬੇਅੰਤ ਸੇਵਾਵਾਂ ਹੈਗੀਆਂ ਤੇ ਨਾਲ ਸਿਮਰਨ ਕਰੋ। ਜਿਵੇਂ ਇੱਕ ਪਰਨਾ ਪੰਛੀ ਉੜਦਾ ਨਹੀਂ, ਦੋ ਨਾ ਉੜਦਾ ਨਾ, ਸੇਵਾ ਤੇ ਸਿਮਰਨ। ਤੇ ਗੁਰੂ ਦੁਆਰੇ ਆ ਕੇ ਸੋਝੀ ਮਿਲਦੀ ਹੈ। ਤੇ ਜਿਹੜਾ ਗੁਰੂ ਦਾ ਬਚਨ ਆ ਕੇ ਕਮਾਈ ਕਰਦਾ ਉਹਦਾ ਭਾਂਡਾ ਹੱਛਾ ਪਵਿੱਤਰ ਹੁੰਦਾ ਹੈ। ਏਤ ਦੁਆਰੇ ਝੋਏ ਹੱਛਾ ਹੋਏ ਸੀ। ਜਦੋਂ ਗੁਰੂ ਦੁਆਰੇ ਆ ਕੇ ਸਤਸੰਗ ਕਰਾਂਗੇ, ਨਾਮ ਬਾਣੀ ਦਾ ਉਪਦੇਸ਼ ਜਿਹੜਾ ਹੈ ਉਹਨੂੰ ਮੰਨਾਂਗੇ, ਇਹਦੇ ਦੁਆਰਾ ਸਾਡਾ ਅੰਤਿਸ਼ਕਰਨ ਰੂਪੀ ਭਾਂਡਾ ਹੱਛਾ ਪਵਿੱਤਰ ਹੋ ਜਾਂਦਾ। ਜੇ ਗੁਰੂ ਦੇ ਬਚਨ ਨੂੰ ਕੋੜੇ ਰਾਖਸ਼ ਨੇ ਮੰਨ ਲਿਆ, ਸੱਜਣ ਠੱਗ ਨੇ। ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਵੇਖਿਆ ਹੋਏ ਸੰਤ। ਇਹ ਹੁਣ ਕਹਿੰਦੇ ਸੰਤ ਯਾਨੀ ਕਈਆਂ ਤੱਕ ਉਵੇਂ ਚੱਕ ਦਿੱਤਾ ਨਾ। ਮਹਾਰਾਜ ਕਹਿੰਦੇ ਆ ਵੀ ਜਿਹੜਾ ਪੂਰਾ ਗੁਰੂ ਆ ਉਹਦਾ ਮੰਤਰ ਉਪਦੇਸ਼ ਜਨ ਗ੍ਰਹਿਣ ਕਰ ਲਿਆ, ਜਿੱਤੇ ਦਿਵ ਦ੍ਰਿਸ਼ਟੀ ਪਾਤੀ, ਕਹਿੰਦੇ ਉਹ ਜਿਹੜੇ ਦੁਰਜਨ ਬੰਦੇ ਨਾ ਉਹ ਵੀ ਸੰਤ ਬਣ ਜਾਂਦੇ। ਪੂਰਾ ਗੁਰ ਅਖ, ਉਹਦਾ ਉਪਦੇਸ਼ ਨਾ ਸੁਣਨ ਵਾਲਾ ਨਹੀਂ, ਇਹ ਸ਼ਬਦ ਸਦਾ ਵਰਤਣ ਵਾਲਾ। ਇਸ ਵਾਸਤੇ ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟੀ, ਜੀ ਤੇ ਅੰਮ੍ਰਿਤ ਦ੍ਰਿਸ਼ਟੀ ਪਾ ਦਿੰਦੇ ਆ ਉਹ ਸੰਤ ਬਣ ਜਾਂਦੇ, ਉਹਨੂੰ ਸੰਤ ਬਣਾ ਦਿੰਦੇ। ਇਸ ਵਾਸਤੇ ਕਹਿੰਦੇ ਉਹੋ ਹੀ ਹੱਛਾ ਚੰਗਾ ਹੁੰਦਾ ਹੈ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਆਪਣੇ ਆਪ ਤਾਂ ਹਰੇਕ ਹੀ ਚੰਗਾ, ਪਰ ਜਦੋਂ ਗੁਰੂ ਦੀ ਕਸਵੱਟੀ ਲੱਗਦੀ ਨਾ, ਉਹ ਤਾਂ ਸੁਨਿਆਰੇ ਨੇ ਦੱਸਣਾ ਵੀ ਸੋਨਾ ਚੰਗਾ ਕਿੰਨਾ ਤੇ ਖੋਟ ਕਿੰਨਾ। ਕਠਾਲੀ ਚ ਗਾਲੂਗਾ, ਫਿਰ ਸ਼ੁੱਧ ਕਰੂਗਾ, ਫਿਰ ਹੀ 12 ਬੰਨੀ ਦਾ ਬਣੂਗਾ। ਇਸੇ ਤਰ੍ਹਾਂ ਆਪਣੇ ਆਪ ਹਰ ਕਹਿੰਦਾ ਮੈਂ ਚੰਗਾ, ਪਰ ਜਿਹੜੇ ਗੁਰੂ ਦੀ ਪ੍ਰੀਖਿਆ ਹੋਏਗੀ ਫਿਰ ਪਤਾ ਲੱਗੂਗਾ ਮੈਲੇ ਅੱਛੇ ਦਾ ਵਿਚਾਰ ਉਹ ਆਪੇ ਹੀ ਵਰਤਾਉਂਦਾ, ਚੰਗਾ ਕਿਹੜਾ ਤੇ ਮਾੜਾ ਕਿਹੜਾ। ਖਰੇ ਖਜ਼ਾਨੇ ਪਾਈਆਂ ਕੋਟੇ ਸਟੀਆਂ ਨਾ ਬਾਹਰ ਰਲਿਓ ਤਾਂ ਇਕੱਠੇ ਹੁੰਦੇ ਆ, ਕੋਟਾ ਤੇ ਖਰਾ। ਜਿਹੜੇ ਕਸਵੱਟੀ ਲੱਗਦੀ ਆ ਉਦੋਂ ਜਿਹੜੇ ਮਹਾਰਾਜ ਨੇ ਅੰਮ੍ਰਿਤ ਬਖਸ਼ਿਆ, ਪਹਾੜੀਏ ਕਹਿੰਦੇ ਮਹਾਰਾਜ ਅੰਮ੍ਰਿਤ ਛਕਣ ਨੂੰ ਤਿਆਰ ਆ, ਪਰ ਸ਼ੂਦਰਾਂ ਵਿੱਚ ਨਹੀਂ, ਤੇ ਸਾਨੂੰ ਬੋਧੀ ਟਿੱਕਾ ਮਾਫ ਕਰ ਦਿਓ। ਮਹਾਰਾਜ ਕਹਿੰਦੇ ਨਹੀਂ, ਤਾਂ ਜੋ ਹੁਕਮ ਉਹੀ ਮੰਨਣਾ ਪੈਣਾ, ਕਿਉਂਕਿ ਮੈਲੇ ਹੱਛੇ ਦਾ ਵਿਚਾਰ ਉਹ ਆਪ ਹੀ ਵਰਤਾਉਂਦਾ ਹੈ। ਮਤ ਕੋ ਜਾਣੈ ਜਾਏ ਅੱਗੇ ਪਾਏ ਸੀ। ਮਤਾਂ ਆਪਣੇ ਆਪ ਕੋਈ ਜਾਣੇ, ਆਪਣੀ ਚਤਰਾਈ ਨਾ ਅਗਲੀ ਦਰਗਾਹ ਦੀ ਜਿਹੜੀ ਪਹੁੰਚਣ ਦੀ ਅਵਸਥਾ ਹੈ ਜਾਂ ਬਖਸ਼ਿਸ਼ ਪਦਵੀ ਹੈ ਉਹਨੂੰ ਕੋ ਪਾ ਲਵੇਗਾ। ਇਹ ਤਾਂ ਗੁਰੂ ਦੀ ਕਸਵੱਟੀ ਤੇ ਪੂਰਾ ਉਤਰ ਕੇ ਗੁਰੂ ਦੀ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦਾ ਹੈ। ਇੱਥੇ ਦਾ ਪ੍ਰਮਾਣ ਪੱਤਰ ਕਈ ਵਾਰੀ ਪੈਸੇ ਪੂਹੇ ਦੇ ਕੇ ਵੀ ਮਿਲ ਜਾਂਦੇ, ਉੱਥੇ ਨਹੀਂ ਮਿਲਦਾ। ਉੱਥੇ ਦਾ ਫਿਰ ਸੱਚੋ ਹੀ ਸੱਚ ਨਿਬੜਿਆ, ਹੁਣ ਵੱਖ ਕੱਢੇ ਜਮਾਲਿਆ ਥਾਉ ਨ ਪਾਨ ਕੂੜਿਆਰ, ਮੂੰਹ ਕਾਲੇ ਰੋਜ ਚਾਲਿਆ। ਤੇਰੇ ਨਾਇ ਰਤੇ ਸੇ ਜਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੈ ਧਰਮ। ਉਹ ਤਾਂ ਜਿੱਤੇ ਮਾਰੀ ਕਿਰਪਾ ਉਹਨੂੰ ਹੀ ਮਿਲਣਾ ਹੈ ਸਰਟੀਫਿਕੇਟ। ਜੇ ਡਾਂਗ ਨਾ ਮਿਲਦਾ ਹੁੰਦਾ ਹੈ ਫਿਰ ਤਾਂ ਰਾਜਨੀਤਿਕ ਬਹੁਤ ਕੁਛ ਕਰਦੇ ਆ, ਫਿਰ ਡੰਡੇ ਨਾਲ ਲੈ ਲਾਂਗੇ। ਇਹ ਡੰਡੇ ਨਾਲ ਨਹੀਂ, ਇਹ ਤਾਂ ਗੁਰੂ ਦੀ ਕਸਵੱਟੀ ਨਿਮਰਤਾ ਨਾਲ ਦਾਤਾਂ ਮਿਲਣ ਵਾਲੀਆਂ ਹੈਗੀਆਂ। ਇਹ ਡਾਂਗ ਨਾਲ ਤਾਂ ਪ੍ਰਿਥੀ ਚੰਦ ਨੇ ਬੜਾ ਜ਼ੋਰ ਲਾਇਆ, ਧੀਰਪਾਲ ਨੇ ਬਹੁਤ ਲਾਇਆ, ਪਰ ਨਹੀਂ ਲੈ ਸਕੇ। ਪਰ ਜਿਹੜੇ ਧੰਨ ਗੁਰੂ ਰਾਮਦਾਸ ਹੈ ਕਹਿੰਦੇ ਹੁਣ ਸਾਧ ਜਨਾਂ ਕਾ ਪੀਰਾ, ਦਾਸਨ ਦਾਸਾ ਕਰੋ ਰਾਜ, ਹਮ ਕੀਰੇ ਕਰਮ ਸਤਿਗੁਰ ਸਰਨਾਈ, ਮੋਕੋ ਰਾਮ ਨਾਮ ਪ੍ਰਗਾਸ। ਇਹਨਾਂ ਦਾ ਦਾਤਾਂ ਲਈਆਂ, ਇਹਨਾਂ ਨੂੰ ਦਾਤਾਂ ਮਿਲੀਆਂ। ਸੋ ਇਸ ਕਰਕੇ ਮਹਾਰਾਜ ਕਹਿੰਦੇ ਉਹੀ ਪਿਆਰੂ ਪ੍ਰਾਪਤ ਕਰਦਾ ਹੈ। ਜਿਹੇ ਕਰਮ ਕਮਾਏ ਤੇਹਾ ਹੋਏ ਸੀ। ਜਿਹੋ ਜਿਹਾ ਕੋਈ ਕਰਮ ਕਮਾਉਂਦਾ ਉਹਦਾ ਫਲ ਵੀ ਉਹੋ ਜਿਹਾ ਹੀ ਹੁੰਦਾ ਹੈ। ਅੰਮ੍ਰਿਤ ਹਰਿ ਕਾ ਨਾਉ ਆਪ ਵਰਤਾਏ ਸੀ। ਉਹਦਾ ਨਾਮ ਅੰਮ੍ਰਿਤ, ਇੱਕ ਤਾਂ ਖੰਡੇ ਵਾਲਾ ਅੰਮ੍ਰਿਤ ਹੈ, ਬਾਣੀ ਵੀ ਅੰਮ੍ਰਿਤ ਹੈ, ਨਾਮ ਵੀ ਅੰਮ੍ਰਿਤ ਹੈ, ਉਹਨਾਂ ਦੀ ਦ੍ਰਿਸ਼ਟੀ 'ਚ ਵੀ ਅੰਮ੍ਰਿਤ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸ, ਰੀਠੇ ਦੇ ਪਾਦਨ, ਕਿਤੇ ਪਾਦਨ, ਬੰਦੇ ਦੇ ਪਾਦਨ, ਮਨੁੱਖ ਦੇ ਪਾਦਨ, ਪਸ਼ੂ ਦੇ ਪਾਦਨ, ਕੀੜੇ ਮਕੌੜੇ ਦੇ ਪਾਦਨ,
ਜਿਹਦੇ ਤੇ ਦ੍ਰਿਸ਼ਟੀ ਪਾਉਂਦੇ ਆ ਉਹਦਾ ਅੰਮ੍ਰਿਤ ਰੂਪੀ ਜੀਵਨ ਬਣਾ ਦਿੰਦੇ। ਅੰਮ੍ਰਿਤ ਹਰਿ ਕਾ ਨਾਮ, ਉਹਨਾਂ ਦਾ ਨਾਮ ਅੰਮ੍ਰਿਤ ਹੈ। ਜਿਹ ਤੇ ਉਹ ਕਿਰਪਾ ਕਰਦੇ ਹਨ, ਇਹ ਵਰਤਾਰਾ ਉਹ ਆਪ ਹੀ ਵਰਤਾਉਂਦੇ ਹਨ। ਚੱਲਿਆ ਪਾਤਸ਼ਾਹ ਜਨਮ ਸਵਾਰ ਵਾਜਾ ਵਾਏ ਸੀ। ਜਿਹੜਾ ਨਾਮ ਦੀ ਕਮਾਈ ਕਰਦਾ ਨਾ, ਕਿਉਂਕਿ ਆਸ਼ਕ ਦਾ ਜਨਾਜ਼ਾ ਨਿਕਲੇ ਧੂਮ-ਧਾਮ ਸੇ, ਕਈਆਂ ਦੀ ਤਾਂ ਦੇਹਾਂ ਰੁਲਦੀਆਂ ਰਹਿੰਦੀਆਂ, ਚਾਰ ਫੱਟੇ ਚੱਕਣ ਦੇ ਨਹੀਂ ਮਿਲਦੇ, ਬੁਰਾ ਹਾਲ ਹੋ ਜਾਂਦਾ। ਪਰ ਕਹਿੰਦੇ ਜਿਹੜਾ ਨਾਮ ਦੀ ਕਮਾਈ ਕਰਦਾ, ਜਿਹੜੇ ਸੰਸਾਰ ਤੇ ਰਹਿੰਦਾ ਉਦੋਂ ਵੀ, ਜਿਹੜੇ ਜਾਂਦਾ ਵੀ ਹੈ, ਚੱਲਿਓ ਪਤ ਸਿਉ ਜਨਮ ਸਾਰ, ਪਤ ਇੱਜ਼ਤ ਦੇ ਨਾਲ ਆਪਣਾ ਜਨਮ ਸਵਾਰ ਕੇ ਜਾਂਦਾ ਹੈ। ਬਾਜਾ ਬਾਏ ਸੀ ਤੇ ਜਸ ਰੂਪੀ ਬਾਜਾ ਵੱਜਦਾ, ਅੰਦਰ ਵੀ ਅਨਹਦ ਨਾਦ ਦੇ ਬਾਜੇ ਵੱਜਦੇ, ਬਾਹਰ ਵੀ ਪ੍ਰਤਾਪ ਕਥਾ ਕੀਰਤਨ ਹੁੰਦੇ ਆ, ਜਸ ਰੂਪੀ ਬਾਜੇ ਵੱਜਦੇ, ਲੋਕਾਂ ਤੋਂ ਉਹਨਾਂ ਦੀ ਮਹਿਮਾ ਦੇ ਬੋਲ ਵਾਲੇ ਸੁਣਨ ਵਿੱਚ ਆਉਂਦੇ ਹਨ, ਜਸ ਰੂਪੀ ਬਾਜੇ ਵੱਜਦੇ ਹਨ। ਮਾਨਸ ਕਿਆ ਵਿਚਾਰਾ ਤਿਹ ਲੋਕ ਸੁਣਾਏ ਸੀ। ਤੇ ਮਨੁੱਖ ਕੀ ਹੈ, ਕਹਿੰਦੇ ਉਹਦੀ ਵਡਿਆਈ ਮਹਿਮਾ ਤਿੰਨਾਂ ਲੋਕਾਂ ਵਿੱਚ ਸੁਣਾਈ ਦਿੰਦੀ ਹੈ। ਜਿੱਥੇ ਵੀ ਉਹ ਚੱਲ ਜਾਏ, ਹਰ ਮਨ ਤਨ ਬਸਿਆ ਸੋਈ, ਜੈ ਜੈਕਾਰ ਉਹਨਾਂ ਦੀ ਹਰ ਥਾਂ ਜੈ ਜੈਕਾਰ ਹੁੰਦੀ। ਜਿੱਥੇ ਮਰਜੀ ਚਲੇ ਜਾਣ, ਤੇ ਜਿਹੜੇ ਉਹੋ ਜਿਹਾ ਭੰਗ ਭੁਜਦੀ ਹੈ, ਹਰ ਥਾਂ ਲਾਹਨਤਾਂ ਹੀ ਪੈਂਦੀਆਂ। ਇਹੋ ਜਿਹੀ ਕਰਤੂਤ ਕਰਦੇ ਆ, ਫਿਰ ਲਾਹਨਤਾਂ ਹੀ ਸਵਾਦ ਦੇ ਬੁੱਕ ਪੈਂਦੇ। ਪਰ ਜਿਹੜੇ ਮਹਾਂਪੁਰਖ ਆ, ਕਹਿੰਦੇ ਇੱਕ ਮਨੁੱਖ ਕੀ ਤਿੰਨਾਂ ਲੋਕਾਂ ਚ ਉਹਨਾਂ ਦੇ ਜਸ ਸੁਣਾਏ ਜਾਂਦੇ ਹਨ, ਕੀਤੇ ਜਾਂਦੇ ਹਨ। ਨਾਨਕ ਆਪ ਨੇ ਹਾਲ ਸਭ ਕੁਲ ਤਾਰ ਸੀ। ਕਹਿੰਦੇ ਆਪ ਉਹ ਨੀ ਵਿਸ਼ੇਸ਼ ਕਰਕੇ ਹਾਲ ਦੁੱਖ ਤੋਂ ਰਹਿਤ ਹੋ ਜਾਂਦੇ ਆ, ਆਪ ਵੀ ਤਰ ਜਾਂਦੇ ਆ। ਤੇ ਜੇ ਗ੍ਰਸਤੀ ਜੀਵਨ ਚ ਆ, ਉਸ ਕੁਲ ਨੂੰ ਵੀ ਬਿੰਦੀ ਅੰਸ਼, ਤੇ ਜਿਹੜੇ ਨਾਦੀ ਸ਼ਬਦ ਨਾਲ ਜੁੜ ਗਏ, ਦੋਏ ਕੁਲਾਂ ਨੂੰ ਤਾਰ ਦਿੰਦੇ। ਆਪ ਨਿਹਾਲ ਸਭ ਕੁਲ ਤਾਰ ਸੀ, ਸਾਰੀਆਂ ਕੁਲਾਂ ਨੂੰ ਤਾਰ ਦਿੰਦੇ। ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪ ਆਪਣੇ ਮੁਬਾਰਕ ਰਸਨਾ ਕੁਝ ਬਾਣੀ ਉਚਾਰੀ ਹੈ, ਸ਼ਬਦੀ ਵਿਚਾਰ ਆਪ ਸੰਗਤਾਂ ਨੇ ਸੁਣੀ ਹੈ। ਬਾਬਾ ਹਜੂਰਾ ਸਿੰਘ ਜੀ ਔਰ ਮਹਾਂਪੁਰਖਾਂ ਦੇ ਪਰਿਵਾਰ ਦੇ ਸਾਰੀਆਂ ਪਿਆਰ ਵਾਲੀਆਂ ਸੰਗਤਾਂ, ਦੂਰ ਨੇੜਿਓਂ ਕਿੱਥੇ ਬਠਿੰਡਾ ਐਡੀ ਦੂਰੋਂ ਆਏ, ਸਾਰਿਆਂ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਸਾਨੂੰ ਸਾਰਿਆਂ ਨੂੰ ਇਹੀ ਸਿੱਖਿਆ ਦੇ ਗਿਆ ਆ ਕਿ ਭਾਈ, ਤੇ ਜੇ ਤੁਸੀਂ ਸਾਡੇ ਨਾਲ ਪਿਆਰ ਕਰਦੇ ਆ, ਇਹ ਪਿਆਰ ਆ ਸਰੀਰ ਰੂਪੀ ਬੋਕੇ ਦਾ ਨਹੀਂ, ਇਹ ਨਾਮ ਬਾਣੀ ਦਾ, ਨਾਮ ਦੀ ਬਰਕਤ ਆ। ਜਦੋਂ ਜੀਂਦੇ ਰਹੇ ਉਦੋਂ ਵੀ ਇਹ ਉਪਦੇਸ਼ ਆ, ਜੇ ਉਹ ਸਰੀਰ ਕਰਕੇ ਚਲੇ ਗਏ ਆ ਫਿਰ ਵੀ ਇਹੀ ਉਪਦੇਸ਼ ਆ ਕਿ ਵੱਧ ਤੋਂ ਵੱਧ ਨਾਮ ਬਾਣੀ ਨੂੰ ਜੁੜੋ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪੰਥ ਦੇ ਵਫਾਦਾਰ ਰਹੋ। ਤੋ ਜੋ ਮਹਾਰਾਜ ਦੀ ਮਰਜ਼ਾਦਾ ਹੈ ਉਹਦੇ ਚੱਲਾਂਗੇ, ਸਾਰੀਆਂ ਜਿਹੜੀਆਂ ਬਰਕਤਾਂ ਹਨ ਉਹ ਪ੍ਰਾਪਤ ਹੁੰਦੀਆਂ। ਸੋ ਇਸ ਕਰਕੇ ਜਿਹੜਾ ਮਹਾਂਪੁਰਖਾਂ ਦਾ ਜੀਵਨ ਹੈ ਨਾ, ਇਹ ਦੁਨੀਆਂ ਵਾਸਤੇ ਕੋਈ ਸਰੋਤ ਹੁੰਦਾ ਹੈ, ਚਾਨਣ ਮਨਾਰਾ ਹੁੰਦਾ ਹੈ, ਜਿਵੇਂ ਪਾਵਰ ਹਾਊਸ ਹੁੰਦਾ ਨਾ, ਇਸੇ ਤਰ੍ਹਾਂ ਹੀ। ਸੋ ਇਸ ਕਰਕੇ ਇਹ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ। ਤੇ ਹੁਣ ਸਾਰੇ ਦਰਸ਼ਨ ਮੇਲਾ ਕਰ ਲਓ, ਪ੍ਰਸ਼ਾਦ ਲਓ ਪਹਿਲਾਂ, ਫਿਰ ਲੰਗਰ ਪਾਣੀ ਛਕ ਕੇ, ਤੇ ਜਿਹੜੀਆਂ ਸੰਗਤਾਂ ਨੇ ਫਿਰ ਜਲ ਪਾਣੀ ਨਹੀਂ ਛਕਿਆ ਤੇ ਉਹ ਵੀ ਛਕ ਲੈਣਾ। ਤੇ ਸਾਰਿਆਂ ਦਾ ਹੀ ਧੰਨਵਾਦ ਆ। ਤੇ ਬਾਬਾ ਹਜੂਰਾ ਸਿੰਘ ਦੀ ਹਿੰਮਤ ਤੇ ਆਕਰੀਆਂ ਤੋਂ ਵੀ ਬਾਬਾ ਜੀ ਆਏ ਆ, ਉਹਨਾਂ ਦੇ ਪਰਿਵਾਰ ਦੇ ਵੀ ਹੈ। ਜੀ ਨੇ ਦੇਖੋ ਸ਼ਾਦੀ ਨਹੀਂ ਕਰਾਈ, ਸਾਰੀ ਜ਼ਿੰਦਗੀ ਬਾਬਾ ਜੀ ਦੀ ਸੇਵਾ 'ਚ ਹੀ ਰਹੇ। ਕਿਉਂਕਿ ਇਹ ਵੀ ਰੂਹਾਂ ਨਾਲ ਹੀ ਆਉਂਦੀਆਂ, ਜਿੱਥੇ ਜਿੱਥੇ ਡੀਟੀ ਹੈਗੀ ਹੈ। ਬਾਬਾ ਵੀਰ ਸਿੰਘ ਨਰੰਗਾ ਮਾਦੀ ਦਾ ਮੈਂ ਜੀਵਨ ਪੜ੍ਹਦੇ ਆ, ਉਹਨਾਂ ਦੇ ਪੱਟ 'ਚ ਗੋਲਾ ਵੱਜਿਆ, ਬਸ ਸਮਾਧੀ ਨਹੀਂ ਉਹਨਾਂ ਦੀ ਹੁੰਦੀ। ਇਹ ਤਾਂ ਮੈਂ ਕੇਵਲ ਪੜ੍ਹਿਆ। ਬਾਬਾ ਨਾਨਕ ਸਿੰਘ ਦਾ ਪੱਟ ਇਉਂ ਹੋ ਗਿਆ ਟੁੱਟ, 28 ਨਵੰਬਰ ਨੂੰ। ਇਹ ਤਾਂ ਦੁਨੀਆ ਦੇ ਲੋਕ ਚੀਕਾਂ ਮਾਰ ਮਾਰ ਕੇ ਮਰ ਜਾਂਦੇ, ਕਹਿੰਦੇ ਹੁਕਮ ਹੈ। ਕਿਉਂਕਿ ਅਸੀਂ ਤੁਹਾਡੇ ਹੋ ਕੇ ਬੈਠੇ, ਦੇਸ਼ ਤੋਂ ਅਲੱਗ ਹੋ ਕੇ ਬੈਠੇ ਰਹੇ ਤਕਰੀਬਨ 50-55 ਦਿਨ। ਬਾਬਾ ਜੀ ਦੇ ਸ਼ਹਿਰੇ ਦਾ ਤੇ ਇੱਥੇ ਦਰਸ਼ਨ ਕਰਾ ਦਿਓ ਲਾਗੇ ਇਕੱਠੇ ਆਪਣੇ। ਠੀਕ ਆ। ਹਾਂਜੀ, ਬਾਬਾ ਵੀਰ ਸਿੰਘ ਜੀ ਦਾ ਕਸ਼ਹਿਰਾ। ਦੇਵ ਬਤਾ ਦਿਓ, ਦੇਵ ਬਤਾ ਦਿਓ।
ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮ ਪਿਆਰੀ ਸਾਧ ਸੰਗਤ ਜੀਓ, ਸਤਿਗੁਰ ਸੱਚੇ ਪਾਤਸ਼ਾਹ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਕਿ ਬਾਬਾ ਨਾਨਕ ਸਿੰਘ ਜੀ ਦਵੜੀ ਖਾਨਾ ਜਿਨ੍ਹਾਂ ਦਾ ਨਗਰ ਸੀ, ਆਪ ਜੀ ਪਹਿਲਾਂ ਫੌਜ ਵਿੱਚ ਹੀ ਨੌਕਰੀ ਕੀਤੀ ਹੈ। ਫਿਰ ਉਹਨਾਂ ਨੂੰ ਸੰਤ ਬਾਬਾ ਨਾਰਾਇਣ ਸਿੰਘ ਜੀ ਆਕਲੀਆਂ ਵਾਲੇ ਉਹਨਾਂ ਦੀ ਸੰਗਤ ਹੋ ਗਈ। ਫਿਰ ਉਹ ਪਹਿਲਾਂ ਵੀ ਉਹਨਾਂ ਦਾ ਗੁਰਮੁਖ ਸੁਭਾਅ ਸੀ, ਨਾਮ ਬਾਣੀ ਵਾਲਾ, ਤੇ ਮਹਾਂਪੁਰਖਾਂ ਦੀ ਸੰਗਤ ਨਾਲ ਹੋਰ ਵੀ ਰੰਗੜ ਚੜ੍ਹ ਗਈ ਤੇ ਉਹਨੇ ਬੜਾ ਮਹਾਨ ਨਾਮ ਬਾਣੀ ਦਾ ਅਭਿਆਸ ਕੀਤਾ। ਉਹਨਾਂ ਨੂੰ ਸਾਸਕ ਰਾਸੀ ਅਵਸਥਾ ਜਿਹੜੀ ਪ੍ਰਾਪਤ ਹੋ ਗਈ ਸੀ। ਜਿਸ ਤਰ੍ਹਾਂ ਮਹਾਰਾਜ ਦਾ ਵਚਨ ਹੈਗੇ ਆ, ਜਿਨ੍ਹਾਂ ਸਾਸਕ ਰਸ ਨੂੰ ਵਿਸਰਿਆ ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਐਸੀ ਅਵਸਥਾ ਸੀ। ਸੋ ਪਿਛਲੇ ਦਿਨਾਂ 'ਚ ਬਾਬਾ ਜੀ ਸੱਚਖੰਡ ਚਲੇ ਗਏ। ਉਹਨਾਂ ਦੀ ਯਾਦ ਵਿੱਚ ਨਗਰ ਦੇ ਵਿੱਚ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪਵਿੱਤਰ ਸਥਾਨ ਆ, ਪਾਠਾਂ ਤੋਂ ਬਾਅਦ ਉੱਥੇ ਭੋਗ ਪਏ, ਕਥਾ ਕੀਰਤਨ ਸੰਤ ਸਮਾਗਮ ਹੋਏ, ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਔਰ ਬਾਬਾ ਹਜੂਰਾ ਸਿੰਘ ਜੀ ਉਹਨਾਂ ਦੇ ਬੜੇ ਸਾਧਕ ਸੀ, ਰੋਜ਼ਾਨਾ ਦਰਸ਼ਨਾਂ ਵਾਸਤੇ ਜਾਂਦੇ ਸੀ। ਤੇ ਉਹਨਾਂ ਦੇ ਪਿਆਰ ਵਾਲੀਆਂ ਜਿੰਨੀਆਂ ਵੀ ਸੰਗਤਾਂ, ਉਹਨਾਂ ਨੇ ਆਪਣੇ ਤੌਰ ਤੇ ਜਪਜੀ ਸਾਹਿਬ, ਸੁਖਮਨੀ ਸਾਹਿਬ ਦੇ ਪਾਠ ਕੀਤੇ। ਔਰ ਕਈਆਂ ਪਰਿਵਾਰਾਂ ਨੇ ਸਹਿਜ ਪਾਠ ਕਰਕੇ ਭੋਗ ਪਾਏ ਆ। ਤੇ ਉਹਨਾਂ ਨੇ ਆਪਣੇ ਗ੍ਰਹਿ ਵਿਖੇ ਵੀ ਪਾਠ ਕੀਤਾ ਹੈ। ਕਿਉਂਕਿ ਐਸੇ ਜਿਹੜੇ ਮਹਾਂਪੁਰਖ ਹੈ ਉਹਨਾਂ ਬਾਰੇ ਬਾਣੀ ਦੱਸਦੀ ਹੈ, ਜਨ ਮਰਨ ਦੋਹੂ ਗੁਣ ਨਾਹੀਂ, ਜਨ ਪਰ ਪੁਕਾਰੀ ਆਏ, ਜੀ ਦਾਮ ਦੇ ਭਗਤੀ ਲਾਇਨ, ਹਰ ਸਿਉ ਲੈਣ ਮਲਾਏ। ਧੰਨ 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 ਜਾਨੇ ਆਇਆ, ਜਿਸ ਪ੍ਰਸਾਦ ਸਭ ਜਗ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ। ਤੇ ਉਹਨਾਂ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ। ਤਕਰੀਬਨ 103 ਸਾਲ ਦੀ ਅਵਸਥਾ ਭੋਗ ਕੇ ਗਏ ਆ। ਹਰ ਵੇਲੇ ਉਹਨਾਂ ਦੀ ਬਿਰਤੀ ਜਿਹੜੀ ਹੈ ਉਹ ਨਾਮ ਸਿਮਰਨ ਦੇ ਵਿੱਚ ਹੀ ਭਿੱਜੀ ਰਹਿੰਦੀ ਸੀ, ਆਨੰਦ ਸਰੂਪ 'ਚ ਹੀ ਰਹਿੰਦੇ ਸਨ। ਭਾਵੇਂ ਅਵਸਥਾ ਬਿਰਧ ਸੀ, ਪਰ ਮਹਾਰਾਜ ਦੀ ਖਾਸ ਬਖਸ਼ਿਸ਼ ਸੀ। ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਹਰ ਦੇ ਇਲਾਕੇ 'ਚ ਰਾਏ ਭੋਏ ਦੀ ਤਲਵੰਡੀ ਮਹਿਤਾ ਕਲਿਆਣ ਚੰਦਰ ਜੀ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ 1469 ਈਸਵੀ ਨੂੰ 1526 ਵਿਕਰਮੀ ਸੰਮਤ ਕਤਗਰੀ ਪੁੰਨਿਆ ਵਾਲੇ ਰਾਤਰੀ ਮਹਾਰਾਜ ਦਾ ਅਵਤਰਨ ਹੋਇਆ। ਬਾਲ ਲੀਲਾ ਚੋਜ ਉੱਥੇ ਕੀਤੇ, ਵਿਦਿਆ ਪੜ੍ਹਨ ਦਾ, ਵੈਦ ਮਿਲਣ ਦਾ, ਪਾਦੇ ਔਰ ਇਸ ਤਰ੍ਹਾਂ ਕੁਤਬਦੀਨ ਮੌਲਵੀ ਵਗੈਰਾ ਜਿਵੇਂ ਸਤਿਗੁਰਾਂ ਨੇ ਉਹਨਾਂ ਨੂੰ ਉਪਦੇਸ਼ ਦਿੱਤੇ। ਰਾਏ ਬੁਲਾਰ ਜੀ ਤੇ ਕਿਰਪਾ ਕੀਤੀ, ਦੌਲਤਾਂ ਦਾਈ ਤੇ ਭਾਈ ਬਾਲਾ ਮਰਦਾਨਾ ਜੀ ਤੇ ਬਖਸ਼ਾਂ ਕਰਕੇ ਉਹਨਾਂ ਨੂੰ ਹਜ਼ੂਰੀ ਵਿੱਚ ਹੀ ਰੱਖਿਆ। ਤੇ ਬੇਬੇ ਨਾਨਕੀ ਜੀ ਦੀ ਮਹਾਨ ਕਿਰਪਾ ਦਾ ਸਦਕਾ ਆਪ ਜੀ ਸੁਲਤਾਨਪੁਰ ਨਗਰ ਵਿੱਚ ਆਏ। 16 ਸਾਲ ਦੇ ਅੰਤਰਗਤ ਇੱਥੇ ਰਹੇ। ਇੱਥੇ ਮਹਾਰਾਜ ਨੇ ਗੁਰਦੁਆਰੇ ਗੁਰੂ ਕੇ ਬਾਗ ਬੇਬੇ ਜੀ ਦੇ ਗ੍ਰਹਿ ਚਰਨ ਪਾਏ। ਇੱਥੇ ਉਹਨਾਂ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਲక్ష్ਮੀ ਦਾਸ ਦਾ ਅਵਤਰਨ ਹੋਇਆ। ਗੁਰਦੁਆਰਾ ਹਟ ਸਾਹਿਬ ਮੋਦੀ ਖਾਨਾ ਕੀਤਾ 14 ਵੱਡੇ, ਜਿਨ੍ਹਾਂ ਨੂੰ ਉਹਨਾਂ ਦੇ ਹਸਤ ਕਮਲੇ ਸ਼ੋਭ ਪ੍ਰਾਪਤ ਮੌਜੂਦ ਹਨ। ਸੰਗਤਾਂ ਦਰਸ਼ਨ ਕਰਦੀਆਂ ਹਨ। ਬੇਰ ਸਾਹਿਬ ਵੇਈ ਇਸ਼ਨਾਨ ਕਰਕੇ ਨਿਜਾਨੰਦ ਚਲੀਨ ਹੁੰਦੇ ਸੀ। ਭਾਈ ਭਗੀਰਥ ਜੀ ਦਾਤਣ ਲਿਆਉਂਦੇ ਸੀ, ਬੇਰੀ ਦੀ ਦਾਤਣ ਲਿਆਏ, ਕਹਿਣ ਲੱਗੇ ਲਵਾ ਕਰੀ ਬੇਰੀ ਦੀ। ਅੱਜ ਉਹ ਬੇਰੀ ਦਾ ਦਰਖਤ ਸੁਭਾਇਮਾਨ ਹੈ, ਉਹਦੇ ਨਾਂ 'ਤੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਹੈ।
ਔਰ ਸਾਈਂ ਅੱਲਾ ਦਿੱਤਾ ਜਿਹੜਾ ਸੀ ਉਹਨਾਂ ਨੂੰ ਵੀ ਪਰਮਾਰਥੀ ਗਿਆਨ ਦਿੱਤਾ, ਪਰਮਾਤਮਾ ਨਾਲ ਜੋੜਿਆ। ਔਰ ਇਸ ਤਰ੍ਹਾਂ ਗੁਰਦੁਆਰਾ ਸੰਤਗੜ੍ਹ ਬੇਰ ਸਾਹਿਬ ਇਸ਼ਨਾਨ ਦੇ ਬਹਾਨੇ ਸੱਚਖੰਡ ਗਏ। ਅਕਾਲ ਪੁਰਖ ਦੀ ਦਰਗਾਹ 'ਚੋਂ ਮੂਲ ਮੰਤਰ ਦੀ ਦਾਤ ਲਿਆ ਕੇ ਬਖਸ਼ੀ ਸੰਗਤਾਂ ਨੂੰ। ਇੱਥੇ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਕੀਤਾ ਔਰ ਸ਼੍ਰੀ ਮਰਦਾਨਾ ਜੀ ਭਾਈ ਫਰਿੰਦੇ ਤੋਂ ਰਬਾਬ ਲੈਣ ਭੇਜਿਆ ਤੇ ਰਾਗ ਦਾ ਤੇ ਨਾਦ ਦਾ ਪ੍ਰਬੰਧ ਹੈ। ਔਰ ਗਿਆਨ ਵੇਦ ਜਿਹੜਾ ਤੇ ਗੁਰਬਾਣੀ ਤੋਂ ਗਿਆਨ ਮਿਲਦਾ ਤੇ ਰਾਗ ਵੀ ਹੈ, ਰਾਗ ਨਾਮ ਪ੍ਰੇਮ ਦਾ ਹੈ। ਇਸ ਵਾਸਤੇ ਮਹਾਰਾਜ ਨੇ ਮੂਲ ਮੰਤਰ ਔਰ ਮਹਾਰਾਜ ਨੇ ਰਾਗ ਰਬਾਬ ਜਿਹੜਾ ਹੈ ਮਰਦਾਨਾ ਨੂੰ ਬਖਸ਼ਿਆ, ਜਿਹਨੂੰ ਲੈ ਕੇ ਸਾਰੇ ਸੰਸਾਰ ਤੇ ਵਿਚਰੇ। ਔਰ ਫਿਰ ਸੱਚ ਦੀ ਨਵਾਜ਼ ਪੜ੍ਹਨੀ ਦੇ ਸੀ ਕਿ ਮਨ ਦੀ ਹਾਜ਼ਰੀ ਨੇ ਗੁਰਦੁਆਰਾ ਅੰਤਰਜਾਮ ਤਾਂ ਕੋਈ ਲੇਖਾ ਵਾ ਦੱਸਿਆ ਵੀ ਧਰਮ ਦੀ ਕਿਰਤ ਕਦੀ ਘੱਟਦੀ ਨਹੀਂ ਵੱਧਦੀ ਹੈ। ਇਹ ਗੁਰੂ ਨਾਨਕ ਪਾਤਸ਼ਾਹ ਸਥਾਨ ਹੈ। ਇਸੇ ਤਰ੍ਹਾਂ ਫਿਰ ਫੇਰਾ ਸਾਹਿਬ ਪੰਜਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਸਥਾਨ ਹੈ। ਜਦੋਂ ਛੇਵੇਂ ਪਾਤਸ਼ਾਹ ਨੂੰ ਵਿਆਹੁਣ ਡੱਲੇ ਨਗਰ ਗਏ, ਮਾਤਾ ਦਮੋਦਰੀ ਜੀ ਜੋ ਨਰਾਇਣ ਦਾਸ ਦੇ ਪੁੱਤਰੀ ਸੀ, ਉੱਥੇ ਸ਼ਾਦੀ ਹੋਈ। ਭਾਈ ਪਾਰੋ ਜੀ, ਬਾਬਾ ਲਾਲੂ, ਬਾਬਾ ਸਲਾਮਤ ਰਾਏ ਬੇਅੰਤ ਗੁਰਸਿੱਖ ਗੁਰੂ ਅੰਗਦ ਸਾਹਿਬ ਤੋਂ ਸਿੱਖੀ ਡੱਲੇ 'ਚ ਆਈ ਅਤੇ ਸੁਲਤਾਨਪੁਰ ਲੋਧੀ ਨੂੰ ਸੁਲਤਾਨਪੁਰ ਭਗਤ ਭੰਡਾਰਾ ਡੱਲਾ ਵਾਸੀ ਸੰਗਤ ਭਾਰੀ। ਇੱਥੇ ਮਹਾਰਾਜ ਨੇ ਇਹ 3 ਸੂਤਰ ਜਿਹੜੇ ਦਿੱਤੇ ਆ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਆਪ ਕਿਰਤ ਵੀ ਕੀਤੀ, ਵੰਡ ਕੇ ਛਕਣ ਦਾ ਉਪਦੇਸ਼ ਵੀ ਦਿੱਤਾ ਤੇ ਇਸੇ ਤਰ੍ਹਾਂ ਕਰਤਾਰਪੁਰ ਖੇਤੀ ਵੀ ਕੀਤੀ ਹੈ। ਇੱਥੇ ਵੀ ਕਿਰਤ ਕਰਦੇ ਰਹੇ ਤੇ ਨਾਮ ਜਪਣ ਦਾ ਵੀ ਮੂਲ ਮੰਤਰ ਲਿਆ ਕੇ ਬਖਸ਼ਿਆ ਔਰ ਗੁਰਮੰਤਰ ਦੀ ਦਾਤ ਬਖਸ਼ੀ। ਸ੍ਰੀ ਜਪਜੀ ਸਾਹਿਬ, ਗ੍ਰੰਥ ਗੁਰਬਾਣੀ, ਪੰਜਵੇਂ ਪਾਤਸ਼ਾਹ ਨੇ ਫਿਰ ਸਾਰੇ ਗੁਰੂਆਂ ਦੀ ਬਾਣੀ ਭਗਤਾਂ ਦੀ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਕੀਤੀ। ਸੋ ਮਹਾਰਾਜ ਨੇ ਵੀ ਕਿਰਤ ਕਰਨੀ ਜਿਹੜੀ ਧਰਮ ਦੀ ਹੈ, ਧਰਮ ਨੂੰ ਮੁੱਖ ਰੱਖ ਕੇ ਜਿਹੜੀ ਕਿਰਤ ਕੀਤੀ ਜਾਏ। ਔਰ ਇਸੇ ਤਰ੍ਹਾਂ ਵੀ ਨਾਮ ਵੀ ਜਪਣਾ। ਹੁਣ ਕਈ ਕਿਰਤ ਕਰਦੇ ਆ, ਨਾਮ ਨਹੀਂ ਜਪਦੇ ਤੇ ਜੀਵਨ ਪੂਰਾ ਸਫਲ ਨਹੀਂ। ਨਾਮ ਵੀ ਜਪਣਾ, ਵੰਡ ਕੇ ਵੀ ਛਕਣਾ, ਇਹ ਨਹੀਂ ਪਈ ਹਾਂਜੀ ਔਰ ਕੁਛ ਖਾਏ ਫਿਰ ਖਾਈਏ, ਖਾਣੇ ਦਾ ਸਵਾਦ ਆਵੇ ਉਦੋਂ ਔਰ ਕੁਛ ਖਾਏ ਫਿਰ ਆਪ ਖਾਈਏ, ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ। ਸੋ ਇਸ ਨਗਰ ਵਿੱਚੋਂ ਹੀ ਭਗਵੇਂ ਲੀੜੇ ਪਾ ਕੇ 4 ਉਦਾਸੀਆਂ ਕਰਨ ਮਹਾਰਾਜ ਗਏ, ਚੜ੍ਹਿਆ ਸੋਧਨ ਤਰਤ ਲੁਕਾਈ। ਸੋ ਅੱਜ ਇਸ ਪਵਿੱਤਰ ਨਗਰ ਦੇ ਅੰਦਰ ਮਹਾਂਪੁਰਖਾਂ ਦੀ ਯਾਦ ਗੁਰਦੁਆਰਾ ਸੀ ਬੇਰ ਸਾਹਿਬ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਏ ਸੀ। ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਭੋਗ ਪਏ ਤੇ ਬਾਬਾ ਜੀ ਦੇ ਨਗਰੋਂ ਆਕਲੀਆਂ ਪਿੰਡ ਤੋਂ ਬਾਬਾ ਨਰਾਇਣ ਸਿੰਘ ਜੀ ਦੇ ਨਗਰ ਤੋਂ ਮਹਾਂਪੁਰਸ਼ ਆਏ ਆ ਬਾਬਾ ਹਜ਼ੂਰਾ ਸਿੰਘ ਜੀ ਔਰ ਇਸੇ ਤਰ੍ਹਾਂ ਬਠਿੰਡੇ ਦੇ ਇਲਾਕੇ ਦੀਆਂ ਉਹਨਾਂ ਦੇ ਪਿਆਰ ਵਾਲੀਆਂ ਮਾਈ ਭਾਈ ਬੇਅੰਤ ਸੰਗਤਾਂ ਆਈਆਂ ਤੇ ਸਾਰਿਆਂ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਬਾਬਾ ਜੀ ਦੇ ਲੜਕੀ ਵੀ ਜਿਹਨੇ ਸਾਰੀ ਜ਼ਿੰਦਗੀ ਬਾਬਾ ਜੀ ਦੀ ਸੇਵਾ ਕੀਤੀ, ਵਿਆਹ ਵੀ ਨਹੀਂ ਕਰਾਇਆ, ਉਹਨਾਂ ਦੇ ਸਪੁੱਤਰ ਵੀ, ਪਰਿਵਾਰ ਵੀ ਸਾਰੇ ਆਏ ਆ। ਸਾਰਿਆਂ ਨੂੰ ਜੀ ਆਇਆਂ। ਤੇ ਗੁਰੂ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ ਹੈ ਕਿ ਗੁਰਸਿੱਖ ਨੇ ਓੜਕ ਗੁਰੂ ਸਾਹਿਬ ਦੇ ਚਰਨਾਂ 'ਚ ਜਾਣਾ ਤੇ ਮਨ 'ਚ ਸੰਕਲਪ ਸੀ ਕਿ ਉਹ ਹੋਤੀ ਮਰਦਾਨ ਦੀ ਸੰਪਰਦਾ ਦੇ ਮਹਾਂਪੁਰਖਾਂ ਦੇ ਸਤਸੰਗੀ ਸੀ ਬਾਬਾ ਨਰਾਇਣ ਸਿੰਘ ਜੀ ਦੇ, ਕਿ ਉਹਨਾਂ ਦੀ ਯਾਦ 'ਚ ਸਾਡੇ ਨਾਲ ਪਿਆਰ ਰੱਖਦੇ ਸੀ ਕਿ ਗੁਰੂ ਨਾਨਕ ਸਾਹਿਬ ਚਰਨਾਂ 'ਚ ਅਖੰਡ ਪਾਠ ਸਾਹਿਬ ਕਰਾਏ ਜਾਣ। ਉਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਪਾਠਾਂ ਦੇ ਭੋਗ ਪਏ ਆ ਤੇ ਹੁਕਮਨਾਮੀ ਜਿਹੜੀ ਵਿਚਾਰ ਆ ਉਹ ਵੀ ਸੰਗਤਾਂ ਨੂੰ ਸਰਵਣ ਕਰਾਈ ਹੈ ਔਰ ਮਹਾਂਪੁਰਖਾਂ ਦੀ ਉਹ ਸੰਪਰਦਾ ਦੀ ਜਿਸ ਲੜੀ ਦੇ ਉਹ ਮੂਰਤੀ ਬਣ ਕੇ ਸੀ ਉਹਦੇ ਬਾਰੇ ਵੀ ਸਾਰਾ
ਪ੍ਰਸੰਗ ਦੱਸਿਆ। ਸੋ ਇਸ ਵਾਸਤੇ ਗੁਰੂ ਮਹਾਰਾਜ ਕਿਰਪਾ ਕਰਨ, ਸਾਰੀਆਂ ਸੰਗਤਾਂ ਦੀ ਜਿਹੜੀ ਹਾਜ਼ਰੀ ਹੈ ਉਹ ਗੁਰੂ ਮਹਾਰਾਜ ਦੇ ਚਰਨਾਂ 'ਚ ਪ੍ਰਵਾਨ ਹੋਵੇ। ਮਹਾਰਾਜ ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ ਬਖਸ਼ਿਸ਼ ਕਰਨ। ਕਿਉਂਕਿ ਗੁਰਮੁਖ ਜਨਮ ਸਵਾਰ ਦਰਗਾਹ ਚਲਿਆ, ਸੱਚੀ ਦਰਗਾਹ ਜਾਏ, ਸੱਚਾ ਪਿੜ ਮੱਲੇ। ਸੋ ਉਹਨਾਂ ਦਾ ਨਾਮ ਵੀ ਦੇਖੋ ਨਾਨਕ ਸਿੰਘ ਸੀ, ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਚਰਨਾਂ 'ਚ ਉਹਨਾਂ ਦੀ ਹਾਜ਼ਰੀ ਲੱਗ ਗਈ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਮਿਹਰ ਕੀਤੀ ਹੈ। ਹਾਂਜੀ, ਪਾਠ ਦੇ ਬਹਾਨੇ ਸੰਗਤਾਂ ਨੇ ਕਿੱਥੋਂ ਕਿੱਥੋਂ ਆ ਕੇ ਨਾ ਤਾਂ ਉਹਨਾਂ ਦੀ ਯਾਦ 'ਚ ਪਾਠਾਂ ਦੇ ਭੋਗ ਸਰਵਣ ਕੀਤੇ ਹੈ, ਅਤੇ ਨਾਲੇ ਮਹਾਰਾਜ ਦੇ ਦਰਸ਼ਨ ਦਿਦਾਰੇ ਕੀਤੇ ਹੈ, ਸਥਾਨਾਂ ਦੀ ਯਾਤਰਾ ਕੀਤੀ ਹੈ। ਸੋ ਇਹ ਗੁਰਮੁਖਾਂ ਦੇ ਗੁਰਮੁਖ ਕੋਟ ਆਧਾਰ ਦਾ ਦੇ ਨਾਮ ਹੈ ਇੱਕ ਕਣੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਪੁਨः ਪੁਨः ਬਾਰ-ਬਾਰ ਧੰਨਵਾਦ ਹੈ ਕਿ ਸਾਨੂੰ ਸਾਰਿਆਂ ਨੂੰ ਨਾਮ ਬਾਣੀ ਦਾ ਪਿਆਰ, ਗੁਰਸਿੱਖੀ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।